ਅਸ ਹਮਾਰੀ ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਚਵਰ ਛਤਰ ਤਖਤ ਦੇ ਮਾਲਿਕ, ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ, ਜੁਗੋ ਜੁਗ ਅਟਲ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਹੀ ਭਲੀ ਪ੍ਰਕਾਰ ਜਾਣਦੇ ਹਾਂ ਕਿ ਧੰਨ 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 ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦਾ ਪ੍ਰਕਾਸ਼ ਪੁਰਬ ਜੋ ਸਾਰੀ ਹੀ ਦੁਨੀਆ ਦੇ ਵਿੱਚ ਜਿੱਥੇ ਹੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਵਸਦੇ ਹਨ, ਬੜੀ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਦੇ ਸਹਿਤ ਹੋ ਕਰਕੇ ਮਨਾ ਰਹੇ ਹਨ। ਆਪਣੀ ਆਪਣੀ ਭਾਵਨਾ ਦੇ ਅਨੁਸਾਰ ਸਤਿਗੁਰਾਂ ਨੂੰ ਆਪਣੀਆਂ ਭਾਵਨਾ ਦੇ ਅਨੁਸਾਰ ਗੁਰਸਿੱਖ ਯਾਦ ਕਰਦੇ। ਸੋ ਸਤਿਗੁਰਾਂ ਨੇ ਇਸ ਨਗਰ ਤੇ ਵੀ ਮਿਹਰਾਮਤ ਕੀਤੀ। ਮੇਰੀ ਪੀਰੀ ਦੇ ਮਾਲਕ ਦਲ ਭੰਜਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਸਤਿਗੁਰਾਂ ਨੇ ਦਇਆ ਕਰਕੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਸਾਰੀਆਂ ਹੀ ਸੰਗਤਾਂ ਦੇ ਵੱਲੋਂ ਰਲ ਮਿਲ ਕਰਕੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ, ਗ੍ਰੰਥੀ ਸਿੰਘਾਂ ਵੱਲੋਂ ਧੁਰ ਕੀ ਬਾਣੀ ਦੇ ਸਹਿਜ ਪਾਠ ਪ੍ਰਾਰੰਭ ਹੋਏ। ਸਤਿਗੁਰਾਂ ਨੇ ਮਿਹਰਾਮਤ ਕੀਤੀ, ਅੱਜ ਬਾਣੀ ਦੀ ਸੰਪੂਰਨਤਾਈ ਹੋਈ। ਸੋ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਮੁੱਖ ਰੱਖਦਿਆਂ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਓ ਹੁਣ ਕੁਝ ਸਮੇਂ ਵਾਸਤੇ ਸਤਿਗੁਰਾਂ ਦੇ ਪਵਿੱਤਰ ਪਾਵਨ ਜੀਵਨ ਦੇ ਵਿੱਚੋਂ ਕੁਝ ਅੰਸ਼ ਆਪ ਸੰਗਤਾਂ ਦੇ ਨਾਲ ਸਾਂਝੇ ਕਰਨੇ ਹਨ। ਗੁਰੂ ਮਹਾਰਾਜ ਜੀ ਮਿਹਰਾਮਤ ਕਰਨ, ਆਪ ਹੀ ਵਿੱਚ ਵਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਗੁਰ ਇਤਿਹਾਸ ਗੁਰਬਾਣੀ ਵਿਚਾਰ ਕਹਿਣ ਸੁਣਨ ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ। ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਜੋ ਅੰਮ੍ਰਿਤਮਈ ਬਖਸ਼ਿਸ਼ ਫਤਿਹ ਸਾਨੂੰ ਬਖਸ਼ੀ ਗਈ, ਪ੍ਰੇਮ ਸਤਿਕਾਰ ਦੇ ਸਹਿਤ ਸਾਰੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਰੇ ਗੁਰਬਾਣੀ ਦੇ ਅੰਦਰ ਫਰਮਾਨ ਕੀਤਾ ਹੈ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਧਾਰਿਆ।
ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਵੀ ਕਿਰਪਾ ਕੀਤੀ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਪ੍ਰਾਪਤ ਹੋਈ। ਸੰਗਤ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਆਪ ਸਵਾਰਨਾ ਕੀਤਾ, ਕਿਉਂਕਿ ਸਤਿਗੁਰਾਂ ਨੇ ਆਪ ਹੀ ਉਹਨਾਂ ਨੂੰ ਸਵਾਰ ਕਰਕੇ ਆਪਣੀ ਜਗ੍ਹਾ ਤੇ ਬਿਠਾਉਣਾ ਕੀਤਾ। ਐਸੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਚੂਨਾ ਮੰਡੀ ਲਾਹੌਰ ਦੇ ਵਿੱਚ ਮਾਤਾ ਦਇਆ ਕੌਰ ਜੀ, ਪਿਤਾ ਬਾਬਾ ਹਰਦਾਸ ਜੀ, ਉਹਨਾਂ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਜੋ ਪੁਰਾਣਾ ਸੰਮਤ ਚੱਲਦਾ ਹੈ, ਬਿਕਰਮੀ ਸੰਮਤ 1591 ਬਿਕਰਮੀ ਸੰਮਤ ਕੱਤਕ ਵਦੀ ਦੂਜ ਵਾਲੇ ਦਿਨ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਸਮੇਂ ਰਾਤ ਬਤੀਤ ਹੋ ਚੁੱਕੀ ਸੀ। ਅੰਮ੍ਰਿਤ ਵੇਲੇ ਮਹਾਰਾਜ ਜੀ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ। ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਦੇ ਆ ਕਿ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਨਾ ਅੰਮ੍ਰਿਤ ਵੇਲੇ, ਹੁਣ ਦੇਖੋ ਅੰਮ੍ਰਿਤ ਵੇਲਾ ਜਿਹੜਾ ਸਿੱਖ ਧਰਮ ਦੇ ਅੰਦਰ ਅੰਮ੍ਰਿਤ ਵੇਲੇ ਦੀ ਬੜੀ ਮਹਾਨਤਾ ਹੈ। ਜਿੱਥੇ ਸਿੱਖ ਧਰਮ ਦੇ ਅੰਦਰ ਅੰਮ੍ਰਿਤ ਵੇਲੇ ਦੀ ਮਹਾਨਤਾ, ਜਦੋਂ ਅਸੀਂ ਦੂਸਰੇ ਧਰਮਾਂ ਦੇ ਬਾਰੇ ਪੜ੍ਹਦੇ ਹਾਂ ਨਾ, ਉਹਦੇ ਵਿੱਚ ਵੀ ਅੰਮ੍ਰਿਤ ਵੇਲੇ ਦੀ ਗੱਲ ਆਉਂਦੀ ਹੈ। ਭਾਵ ਕਿ ਜਿਹੜੇ ਸੰਤ ਮਹਾਂਪੁਰਸ਼ ਬੰਦਗੀ ਕਰਨ ਵਾਲੀਆਂ ਰੂਹਾਂ ਹੁੰਦੀਆਂ, ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੀ ਬੰਦਗੀ ਕਰਦੀਆਂ। ਸੰਤਾਂ ਮਹਾਂਪੁਰਸ਼ਾਂ ਕੋਲੋਂ ਹੀ, ਗਿਆਨਵਾਨਾਂ ਕੋਲੋਂ ਬਚਨ ਸੁਣੇ ਕਿ ਜਿਹੜੇ ਭਗਤੀ ਕਰਨ ਵਾਲੀਆਂ ਰੂਹਾਂ ਹੁੰਦੀਆਂ ਨਾ, ਸੰਤ ਮਹਾਂਪੁਰਸ਼ ਹੁੰਦੇ ਆ, ਉਹਨਾਂ ਦਾ ਅੰਮ੍ਰਿਤ ਵੇਲਾ 2 ਵਜੇ ਤੋਂ ਲੈ ਕੇ 4 ਵਜੇ ਤੱਕ ਹੁੰਦਾ। ਤੇ ਜਿਹੜੇ ਗ੍ਰਸਤੀ ਲੋਕ ਨੇ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਰਹਿ ਕੇ ਕੰਮ ਧੰਦੇ ਵੀ ਕਰਨੇ ਆ ਤੇ ਨਾਲ ਆਪਣਾ ਪਰਮਾਰਥ ਦਾ ਰਸਤਾ ਵੀ ਸਾਧਦੇ ਨੇ, ਉਹਨਾਂ ਦਾ ਅੰਮ੍ਰਿਤ ਵੇਲਾ ਜਿਹੜਾ 4 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਹੁੰਦਾ ਹੈ। ਸੋ ਜਿਹੜੇ ਮਹਾਂਪੁਰਸ਼ ਹੁੰਦੇ, ਬੰਦਗੀ ਵਾਲੀਆਂ ਰੂਹਾਂ ਹੁੰਦੀਆਂ, ਉਹ ਤਕਰੀਬਨ 2-2:30 ਵਜੇ, 1:30-2 ਵਜੇ ਉੱਠਦੀਆਂ। ਤੇ ਪੁਰਾਣੇ ਸਮੇਂ ਸੀ, ਦੇਖੋ ਅੱਜ ਤਾਂ ਬੜੇ ਸੌਖੇ ਆ ਆਪਾਂ, ਪੁਰਾਣੇ ਸਮਿਆਂ 'ਚ ਸਾਧੂ ਮਹਾਤਮਾ ਜਿਹੜੇ ਸੀ ਨਾ, ਉਹ ਦਰਿਆਵਾਂ ਦੇ ਕੰਢਿਆਂ ਤੇ ਜਾ ਕੇ, ਨਦੀਆਂ ਜਾਂ ਖੂਹਾਂ ਤੇ ਜਾ ਕੇ ਇਸ਼ਨਾਨ ਕਰਦੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਬੰਦਗੀ ਕਰਨ ਵਾਲੀਆਂ ਰੂਹਾਂ ਨਾ, ਜਦੋਂ ਉੱਠੀਆਂ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ, ਤੇ ਕੌਤਕ ਵਰਤਿਆ ਉਦੋਂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਤੇ ਉਸ ਸਮੇਂ ਕਹਿੰਦੇ ਨਦੀਆਂ ਦਾ ਜਿਹੜਾ ਜਲ ਸੀ ਨਾ, ਉਹ ਦੁੱਧ ਵਰਗਾ ਹੋ ਗਿਆ, ਚਿੱਟਾ ਚਿੱਟਾ ਹੋ ਗਿਆ, ਦੁੱਧ ਵਰਗਾ ਜਲ। ਤੇ ਜਿਹੜੇ ਮਹਾਂਪੁਰਸ਼ਾਂ ਨੇ ਕਹਿੰਦੇ ਉਸ ਸਮੇਂ ਬੰਦਗੀ ਵਾਲੀਆਂ ਰੂਹਾਂ ਨੇ ਉਸ ਸਮੇਂ ਇਸ਼ਨਾਨ ਕੀਤਾ, ਜਾਂ ਉਸ ਸਮੇਂ ਉਹ ਨਦੀਆਂ ਤੋਂ ਜਲ ਭਰ ਕੇ ਆਪਣੇ ਘਰਾਂ ਵਿੱਚ ਲੈ ਕੇ ਆਏ ਨਾ, ਤੇ ਕਹਿੰਦੇ ਜਦੋਂ ਉਹਨਾਂ ਨੇ ਜਲ ਨੂੰ ਦੇਖਿਆ, ਉਹ ਜਲ ਦੁੱਧ ਹੀ ਸੀ ਨਿਰਾ। ਵੀ ਇਹੋ ਜਿਹੀ ਕਲਾ ਦੇਖੋ, ਕੁਦਰਤ ਵੀ ਜਿਹੜੀ ਹੈ ਗੁਰੂ ਮਹਾਰਾਜ ਜੀ ਦੇ ਆਉਣ ਦਾ ਸਵਾਗਤ ਕਰਦੀ ਪਈ ਹੈ। ਵਾਤਾਵਰਨ ਖੁਸ਼ਬੂਦਾਰ ਹੋ ਗਿਆ, ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਘਰ ਦੇ ਵਿੱਚ ਖੁਸ਼ੀ ਮਨਾਈ ਗਈ, ਮਹਾਰਾਜ ਜੀ ਦਾ ਨਾਮ ਰੱਖਿਆ ਗਿਆ ਰਾਮਦਾਸ। ਹੁਣ ਸਾਡੇ ਕੋਲੇ 2 ਵਿਚਾਰਾਂ ਨੇ, ਵਿਦਵਾਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਲਿਖਿਆ, ਪਰ ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਵਿਚਾਰ ਦਿੰਦੇ ਇਸ ਤੇ, ਕਿ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਰਾਮਦਾਸ ਨਾ ਹੀ ਵਰਤਿਆ, ਉਹਨਾਂ ਨੇ ਜੇਠਾ ਸ਼ਬਦ ਨਹੀਂ ਵਰਤਿਆ। ਤੇ ਜੇ ਗੁਰੂ ਦੀ ਬਾਣੀ ਪੜ੍ਹੀਏ, ਭੱਟ ਸਾਹਿਬਾਨ ਨੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਸਿਫਤ ਕੀਤੀ ਆ। ਬਹੁਤ ਸਾਰੇ ਸਵਈਏ, ਸਭ ਤੋਂ ਜ਼ਿਆਦਾ ਸਵਈਏ ਕਹਿ ਲਈਏ ਭੱਟਾਂ ਦੇ, ਜਿਹੜੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਦੇ ਵਿੱਚ ਨੇ। ਤੇ ਉਹ ਸਾਰੇ ਹੀ ਭੱਟਾਂ ਦੇ ਸਵਈਆਂ ਵਿੱਚ ਜੇ ਉਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਿਤਾ ਦਾ ਨਾਮ ਬਾਬਾ ਹਰਦਾਸ ਵਰਤ ਸਕਦੇ, ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੇ ਨਾਮ ਜੇਠਾ ਹੁੰਦਾ, ਤੇ ਜੇਠਾ ਕਿਉਂ ਨਾ ਵਰਤਦੇ ਉਹ? ਰਾਮਦਾਸ ਨਾਂ ਹੀ ਮਹਾਰਾਜ ਜੀ ਦਾ ਰੱਖਿਆ ਗਿਆ ਸੀ। ਠੀਕ ਆ, ਉਹ ਬਾਅਦ ਵਿੱਚ ਵਿਦਵਾਨਾਂ ਨੇ, ਕਈਆਂ ਨੇ, ਜਿਵੇਂ ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਕੋਲੋਂ ਪਤਾ ਨਹੀਂ ਕਿਹੜੇ ਸਰੋਤ ਤੋਂ ਉਹਨਾਂ ਨੇ ਆਪਣੇ ਕੋਲੋਂ ਲਿਖ ਦਿੱਤਾ
कि गुरु रामदास जी महाराज का पहला नाम जेठा सी। पर जे महाराज जी का आपां जीवन पढ़ीए, आम गल हुंदी कि वड्डे पुत्तर नूं जिहड़ा बच्चा जन्म लवे उहदा नाम जेठा रख लिया जांदा भी ये जेठा पुत्तर। पर इतिहास दे विच जो संपरदा दे विच चलदा उहदे विच दस्सिया जांदा कि गुरु रामदास जी महाराज दा ना तां कोई छोटा भरा सी ते ना ही कोई भैण सी, इक्को ही पुत्तर सी बाबा हरदास जी दा। फिर उहदा नाम जेठा तां नहीं रखिया जा सकदा। सो कहण कहो रहो विचार इस गल ते कि जो गुरु रामदास जी महाराज का नाम जिहड़ा है माता पिता ने रामदास रखिया। तो छोटी उम्र दे विच देखो साडे इतिहासकार कहिंदे बंदगी वाली रूह सी, दया भी सी अंदर, निमरता भी सी, सहनशीलता भी सी। छोटे छोटे बच्चों के नाल जदों खेडदे आ ना, खेडण वाली उम्र विच होए, आम बच्चे तां खेडां ही खेडदे हुंदे आ, पर वो की करते बच्चों नूं लैन विच बिठा लेना ते उन्हां नूं नाम जपाउणा, भजन बंदगी कराउणी उन्हां कोलों। फिर जे कोई साधु महात्मा भजन बंदगी करन वाला मिलना ना ते उहनूं अपने घर लै जाना, घर ले जाके उहनूं प्रशादा पानी छकाउणा ते पिता जी दे कोलों जो जे उहनूं वस्त्रां दी लोड़ होनी वस्त्र दिवाउणे, जे उहनूं माया दी लोड़ होनी माया दिवाउणी। तो इस तरह सेवा करा के वो खुश होया करते गुरु रामदास जी महाराज। भाव कि छोटी उम्र दे विच ही गुरु रामदास जी महाराज दयावान सन, उन्हां दे अंदर बड़ी दया, बड़ी निमरता ते भजन बंदगी दी मूरत, गुरसिखां दे नाल बंदगी करन वाले, महापुरुषां नाल प्यार करन वाले। गुरु रामदास जी महाराज दे जीवन विच ये भी आपां पढ़दे सुणदे आ कि उन्हां दे माता जी ते पिता जी छोटी उम्र सी 7 साल की उदों चढ़ाई कर गए। ये ते भी जिहड़े विद्वान ने उन्हां दी वखरी वखरी राय आ। एक विद्वान कहिंदे सिर्फ पिता जी चढ़ाई कीते सी, माता जी नहीं कीते सी। पर देखो घर दे विच गरीबी सी इस हिसाब दी कि जदों छोटी उम्र सी तां कमाई वास्ते उन्होंने किसी के अगे हथ नहीं अड्डे, अपनी किरत कमाउंदियां होइयां घुंगणियां वेच के गुजारा करते रहे अपना। फिर अपनी नानी दे कोल समा बनिया इहो जिहा लाहौर नूं छड्ड के, जिथे महाराज जी का अवतार हुंदा, चूना मंडी लाहौर, उत्थे जिहड़ा हुण स्थान बनिया होया ना, वो स्थान जिहड़ा है ਉਹਦੀ बिल्डिंग ते दरबार साहब श्री हरमंदर साहब की बिल्डिंग इक्को जी है, इक्को जिहा नक्शा है चूना मंडी लाहौर का भी। तो उस स्थान नूं छड्ड के महाराज जी अपने नानके नगर बासर के चले गए। बासर के अपनी नानी दे कोल रह के उत्थे भी देखो नानी दे उत्ते बोझ नहीं बने। नानी नूं कहा कि नानी तू मैनूं घुंगणियां बना के दिया कर, मैं वेच के आया करांगा। उत्थे रहिंदे गुरु अंगद देव जी महाराज की भी संगत कीती ते गुरु अमरदास जी महाराज जी की भी संगत कीती। ते जदों देखो घुंगणियां वेचण जांदे आ ते जे कोई गरीब गुरबा जिहदे कोले माया नहीं हुंदी, पैसे नहीं हुंदे, जां कोई संत महापुरुष आ जांदा आके कहिंदा कि मैनूं भुख लगी है, मैं घुंगणियां लैणियां, अपनी भुख नूं मिटाउणा चाहुंदा पर मेरे कोले माया नहीं हैगी, तां महाराज जी उहनूं बिना माया तो ही, देखो किन्नी दया महाराज जी दे अंदर, गुरु रामदास जी महाराज सच्चे पातशाह जी दे अंदर माया तो बिना ही उहनूं घुंगणियां दे के उहदा भुख दा दुख दूर कर दिंदे। एक दिन की वारता है, कहते कि एक साधु महात्मा कोई आया, उन्हें आके बेनती की कि मैनू बहुत भुख लगी है पर मेरे को माया नहीं है भी मैं तेनू माया दे सका, पर मैनू भुख लगी है, मेरा भुख का दुख तू दूर कर दे, मैनू थोड़ियां जिहियां घुंगणियां दे दे। कहते गुरु रामदास जी महाराज सच्चे पातशाह जी ने एक बुक भरी ते उन्होंने दे दी। वो एक बुक छक के उन्हें खा ली। जदों वो कहता नहीं मेरी हजे भुख नहीं मिटी, मैनू होर चाहिदी। ते कहते जदों होर मंगी तां वो की होया, एक बुक होर दे दी। उन्हें वो भी छक ली, छक के कहता एक बुक होर दे मैनू, हजे मेरी भुख नहीं मिटी। तीजी बुक भी जदों दे दी, चौथी बुक मंगण वास्ते जदों फकीर साधु महात्मा आया ना, कहन लगा हजे मेरी भुख नहीं मिटी। तां गुरु रामदास जी महाराज कहन लगे कर झोली। ਜਿਹੜੀਆਂ ਘੁੰਗਣੀਆਂ ਛਾਬੇ ਵਿੱਚ ਪਈਆਂ ਹੋਈਆਂ ਸੀ ਨਾ, ਉਹ ਸਾਰਾ ਛਾਬਾ ਦਾ ਛਾਬਾ ਉਹਨਾਂ ਦੀ ਝੋਲੀ ਵਿੱਚ ਪਲਟ ਦਿੱਤਾ। ਕਹਿੰਦੇ ਸਾਰੀਆਂ ਹੀ ਖਾ ਕੇ ਲੈ ਜਾ। ਦੇਖੋ ਇੰਨੀ ਦਇਆ। ਇਹ ਨਹੀਂ ਕਿ ਮੈਂ ਹੁਣ ਮਾਇਆ ਕਮਾਉਣੀ ਆ, ਕਿਉਂਕਿ ਮਾਇਆ ਨੂੰ ਉਹਨਾਂ ਦੀ ਬਿਰਤੀ ਜਿਹੜੀ ਸੀ ਨਾ, ਉਹ ਮਾਇਆ ਇਕੱਤਰ ਕਰਨ ਵਾਲੀ ਨਹੀਂ ਸੀ।
ਕਿਉਂਕਿ ਮਹਾਰਾਜ ਜੀ ਬਾਣੀ ਅੰਦਰ ਕਹਿੰਦੇ ਨੇ ਕਿ ਦੇਖੋ ਦੁਨੀਆ ਦੇ ਅੰਦਰ ਮਨੁੱਖ ਆਉਂਦਾ ਹੈ ਨਾ, ਜ਼ਿਆਦਾਤਰ ਬਿਰਤੀ ਮਾਇਆ ਨੂੰ ਇਕੱਤਰ ਕਰਨ ਦੀ ਕੋਈ ਰੱਖਦਾ, ਧਰਮ ਨਹੀਂ ਕਮਾਉਂਦਾ। ਧਰਮ ਬਹੁਤ ਥੋੜੇ ਲੋਕ ਕਮਾਇਆ ਕਰਦੇ ਆ, ਪਰ ਜ਼ਿਆਦਾਤਰ ਜਿਹੜਾ ਲੋਕਾਂ ਦਾ ਜੀਵਨ ਹੈ ਨਾ, ਮਹਾਰਾਜ ਕਹਿੰਦੇ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ, ਵੀ ਜਨਮ ਬ੍ਰਿਥਾ ਜਾਂਦਾ, ਵਿਅਰਥ ਚਲਿਆ ਜਾ ਰਿਹਾ। ਕਿਹਦੇ ਵਿੱਚ? ਮਾਇਆ ਦੇ ਰੰਗ ਪ੍ਰੇਮ ਦੇ ਵਿੱਚ, ਮਾਇਆ ਵਿੱਚ ਮਸਤ ਹੋਇਆ ਪਿਆ ਬੰਦਾ। ਆਪਾਂ ਦੇਖਦੇ ਹਾਂ ਅੰਮ੍ਰਿਤ ਵੇਲਾ ਸਾਨੂੰ ਭੁੱਲਿਆ ਹੋਇਆ। ਚਲੋ ਜਿੱਥੇ ਗੁਰੂ ਦੀ ਕਿਰਪਾ ਹੈ, ਗੁਰਸਿੱਖ ਅੰਮ੍ਰਿਤ ਵੇਲੇ ਉੱਠਦੇ ਨੇ, ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਨਹੀਂ ਤੇ ਅੰਮ੍ਰਿਤ ਵੇਲਾ ਹੀ ਸਾਨੂੰ ਭੁੱਲ ਗਿਆ। 6-6 7-7 ਵਜੇ ਜਾ ਕੇ ਉੱਠਦੇ ਹਾਂ ਆਪਾਂ, ਤੇ ਅੰਮ੍ਰਿਤ ਵੇਲਾ ਭੁੱਲਿਆ ਹੋਇਆ। ਇਹ ਮਾਇਆ ਦੇ ਰੰਗ ਨੇ ਨਾ ਸਾਰੇ, ਮਾਇਆ ਨੇ ਇਹੋ ਜਿਹਾ ਪਸਾਰਾ ਸਾਡੇ ਉੱਤੇ ਪਾ ਦਿੱਤਾ। ਪਰ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਮਾਇਆ ਦਾ ਪਸਾਰਾ ਨਹੀਂ ਹੈ, ਮਾਇਆ ਦਾ ਪ੍ਰਭਾਵ ਨਹੀਂ ਹੈ। ਫਿਰ ਉੱਥੇ ਹੀ ਉਹਨਾਂ ਦੇ ਅੰਦਰ ਦੇਖੋ ਪਤਾ ਨਹੀਂ ਕਿਹੋ ਜਿਹਾ ਵਿਰਾਗ ਪੈਦਾ ਹੋਇਆ, ਜਦੋਂ ਉਹਨਾਂ ਨੇ ਉਹ ਸਾਰਾ ਛਾਬੇ ਦਾ ਘੁੰਗਣੀਆਂ ਜਿਹੜੀਆਂ ਸੀ ਉਹਦੀ ਝੋਲੀ ਵਿੱਚ ਪਾ ਦਿੱਤੀਆਂ। ਇਹੋ ਜਿਹਾ ਵਿਰਾਗ ਪੈਦਾ ਹੋਇਆ, ਆਪਣੇ ਘਰ ਨਹੀਂ ਗਏ, ਮੁੜ ਕੇ ਨਗਰ ਦੇ ਵਿੱਚ ਨਹੀਂ ਵੜੇ, ਗੋਇੰਦਵਾਲ ਸਾਹਿਬ ਚਲੇ ਗਏ। ਗੁਰੂ ਅਮਰਦਾਸ ਜੀ ਮਹਾਰਾਜ ਦਾ ਨਗਰ ਸੀ ਬਾਸਰ ਕੇ, ਉਹ ਆਉਂਦੇ ਜਾਂਦੇ ਉੱਥੇ ਰਹਿੰਦੇ ਸੀ, ਪਿਆਰ ਬਣ ਚੁੱਕਿਆ ਸੀ। ਤੇ ਪਰ ਹੁਣ ਗੋਇੰਦਵਾਲ ਸਾਹਿਬ ਵੀ ਪੱਕੇ ਤੌਰ ਤੇ ਚਲੇ ਗਏ, ਉੱਥੇ ਜਾ ਕੇ ਸੇਵਾ ਕਰਨ ਲੱਗੇ। ਮਹਾਰਾਜ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ, ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿ ਪੁਰਖਾ ਜੇ ਤੂੰ ਇੱਥੇ ਰਹਿਣਾ ਤਾਂ ਅੰਮ੍ਰਿਤ ਵੇਲੇ ਉੱਠਿਆ ਕਰ। ਕਿਉਂਕਿ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਕਿ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਵੇਲੇ ਦੀ ਬਹੁਤ ਮਹਾਨਤਾ ਹੈ। ਜਿਸ ਗੁਰੂ ਮਹਾਰਾਜ ਜੀ ਦਾ ਆਪਾਂ ਗੁਰਪੁਰਬ ਮਨਾ ਰਹੇ ਨਾ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ, ਉਹ ਇਹ ਬਚਨ ਕਰਦੇ ਨੇ ਕਿ ਅੰਮ੍ਰਿਤ ਵੇਲੇ ਕੇ ਕਾ ਵੱਤੇ ਕਾ ਬੀਜਿਆ, ਵੀ ਅੰਮ੍ਰਿਤ ਵੇਲੇ ਜਿਹੜਾ ਸਿਮਰਨ ਭਜਨ ਕਰਦਾ ਹੈ, ਇਹ ਬੀਜ ਬੀਜਦਾ ਨਾ, ਭਗਤ ਖਾਏ ਖਰਚ ਰਹੇ ਨਖੁੱਟੈ ਨਾਹੀ। ਵੀ ਅੰਮ੍ਰਿਤ ਵੇਲੇ ਦੀ ਮਹਾਨਤਾ ਗੁਰੂ ਰਾਮਦਾਸ ਜੀ ਮਹਾਰਾਜ ਬਹੁਤ ਦ੍ਰਿੜ ਕਰਾਇਆ ਕਰਦੇ ਸੀ। ਕੋਈ ਵੀ ਪ੍ਰਾਣੀ ਮਹਾਰਾਜ ਜੀ ਦੇ ਕੋਲ ਆਉਂਦਾ, ਉਹਨੂੰ ਅੰਮ੍ਰਿਤ ਵੇਲੇ ਉੱਠਣ ਦਾ ਉਪਦੇਸ਼ ਮਹਾਰਾਜ ਜੀ ਦਿਆ ਕਰਦੇ ਕਿ ਭਾਈ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਇਕਾਗਰ ਕਰਨਾ। ਕਿਉਂਕਿ ਆਪ ਵੀ ਗੁਰੂ ਰਾਮਦਾਸ ਜੀ ਮਹਾਰਾਜ ਸਵਾ ਪਹਿਰ ਰਾਤ ਰਹਿੰਦੀ ਉੱਠਦੇ, ਇਸ਼ਨਾਨ ਕਰਕੇ ਆਪਣੇ ਸਰੂਪ ਦਾ ਧਿਆਨ ਧਰਦੇ ਮਹਾਰਾਜ। ਤੇ ਸਿੱਖ ਨੂੰ ਉਪਦੇਸ਼ ਮਹਾਰਾਜ ਦਿਆ ਕਰਦੇ ਕਿ ਤੁਸੀਂ ਸ਼ਬਦ ਤੇ ਸੁਰਤ ਦਾ ਅਭਿਆਸ ਕਰਨਾ ਅੰਮ੍ਰਿਤ ਵੇਲੇ। ਤੇ ਮਹਾਰਾਜ ਜੀ ਦੇ ਬਚਨ ਵੀ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਭਲਕੇ, ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਤੇ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਇਹ ਮਰਿਆਦਾ ਦਿੱਤੀ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਪੁਰਖਾ ਅੰਮ੍ਰਿਤ ਵੇਲੇ ਉੱਠਿਆ ਕਰ, ਸ਼ਬਦ ਸੁਰਤ ਦਾ ਅਭਿਆਸ ਕਰਿਆ ਕਰ, ਤੇ ਜੋ ਜਿੱਦ ਤੇਰੇ ਕੋਲੋਂ ਜਿੰਨੀ ਵੀ ਹੋ ਸਕੇ ਗੁਰੂ ਘਰ ਦੀ ਸੇਵਾ ਕਰਨੀ ਆ। ਤੇ ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਰਾਮਦਾਸ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠਦੇ ਆ, ਇਸ਼ਨਾਨ ਕਰਦੇ ਆ, ਅੰਮ੍ਰਿਤ ਵੇਲਾ ਸਾਂਭਦੇ ਆ, ਸ਼ਬਦ ਸੁਰਤ ਦਾ ਅਭਿਆਸ ਕਰਦੇ ਆ, ਸਾਰਾ ਦਿਨ ਮੁੜ ਕੇ ਲੰਗਰ ਦੇ ਵਿੱਚ ਸੇਵਾ ਕਰਦੇ, ਦਰਿਆ ਤੋਂ ਨਦੀ ਤੋਂ ਪਾਣੀ ਭਰ ਕੇ ਲਿਆਉਂਦੇ, ਜਲ ਲੈ ਕੇ ਆਉਂਦੇ, ਉਹਨਾਂ ਨਾਲ ਸੰਗਤਾਂ ਦਾ ਇਸ਼ਨਾਨ ਵੀ ਕਰਾਉਂਦੇ ਆ। ਜੇ ਕੋਈ ਗਰਮ ਜਲ ਪਾਣੀ ਗਰਮ ਨਾਲ ਇਸ਼ਨਾਨ ਕਰਨਾ ਚਾਹੁੰਦਾ, ਗਰਮ ਕਰਕੇ ਉਹਨੂੰ ਦਿੰਦੇ ਆ। ਫਿਰ ਸੰਗਤਾਂ ਦੇ ਵਾਸਤੇ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ। ਤੇ ਜਦੋਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ, ਦੂਰੋਂ ਨੇੜਿਓਂ ਚੱਲ ਕੇ, ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਵੀ ਆਉਂਦੀਆਂ ਸੰਗਤਾਂ, ਕਾਬਲ ਕੰਧਾਰ ਤੋਂ ਵੀ ਚੱਲ ਕੇ, ਉਹਨਾਂ ਸੰਗਤਾਂ ਦੇ ਪ੍ਰਸ਼ਾਦੇ ਦਾ ਪ੍ਰਬੰਧ, ਰਹਿਣ ਦਾ ਪ੍ਰਬੰਧ, ਉਹਨਾਂ ਦੇ ਬਿਸਤਰੇ ਦਾ ਪ੍ਰਬੰਧ ਸਾਰਾ ਗੁਰੂ ਰਾਮਦਾਸ ਜੀ ਮਹਾਰਾਜ ਦੇਖਦੇ ਆ, ਬੜੇ ਚਾਅ ਨਾਲ ਸੇਵਾ ਕਰਦੇ ਆ। ਦੇਖੋ ਸਾਧ ਸੰਗਤ ਜੀ, ਦਾਸ ਇਸੇ ਬੇਨਤੀ ਕਰੇਗਾ ਕਿ ਅੱਜ ਤੋਂ ਤਕਰੀਬਨ ਤੁਸੀਂ ਦੇਖੋ 400 ਸਾਲ ਹੀ ਆਪਾਂ ਲਾ ਲਈਏ ਪਿੱਛੇ, ਉਹ ਸਮਾਂ ਜਦੋਂ ਕੋਈ ਸਾਧਨ ਨਹੀਂ ਸੀ, ਇੰਨੇ ਜੰਗਲਾਂ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਣੀਆਂ, ਸਿਰ ਤੇ ਜਾ ਕੇ ਲਿਆਉਣੀਆਂ, ਫਿਰ ਸੰਗਤ ਨੂੰ ਦੀ ਸੇਵਾ ਪੱਖਾ ਝੱਲ ਕੇ ਕਰਨੀ, ਹੱਥਾਂ ਨਾਲ ਪੱਖਾ ਝੱਲਣਾ, ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਸਤੇ ਲੱਕੜਾਂ ਦੀ ਅੱਗ, ਫਿਰ ਦੂਰ ਦਰਿਆਵਾਂ ਨਦੀਆਂ ਨਾਲਿਆਂ ਤੋਂ ਪਾਣੀ ਭਰ ਕੇ ਲਿਆਉਣਾ, ਫਿਰ ਹੱਥ ਦੇ ਨਾਲ ਹੀ ਅਨਾਜ ਨੂੰ ਪੀਹ ਕਰਕੇ ਆਟਾ ਬਣਾਉਣਾ, ਹੋਰ ਕਿੰਨੀਆਂ ਸੇਵਾਵਾਂ ਜਿਹੜੀਆਂ ਨੇ ਗੁਰੂ ਘਰ ਦੀਆਂ। ਉਦੋਂ ਤਕਰੀਬਨ ਸਾਰੀਆਂ ਸੇਵਾਵਾਂ ਹੀ, ਆ ਮਸ਼ੀਨਰੀ ਯੁੱਗ ਨਹੀਂ ਸੀ ਅੱਜ ਦਾ, ਅੱਜ ਤੋਂ 400 ਸਾਲ ਪਿੱਛੇ
ਪਰ ਅੱਜ ਦੇਖੋ ਸਾਡੇ ਕੋਲੇ ਸਾਰੀ ਸਹੂਲਤ ਹੈ, ਸਾਰੀ ਸਹੂਲਤ ਵੀ ਜੇ ਦੇਖੋ ਬਾਲਣ ਵੀ ਕੱਟਣ ਵਾਸਤੇ ਵੀ ਮਸ਼ੀਨਾਂ ਆ ਗਈਆਂ, ਲੱਦਣ ਵਾਸਤੇ ਲਿਆਉਣ ਵਾਸਤੇ ਵੀ ਸਾਧਨ ਹੋ ਗਏ। ਬਾਲਣ ਦੀ ਤਾਂ ਹੁਣ ਲੋੜ ਹੀ ਨਹੀਂ, ਸਾਡੇ ਗੁਰੂ ਘਰਾਂ 'ਚ ਗੈਸ ਆ ਗਈ, ਗੈਸ ਚੁੱਲ੍ਹੇ ਆ ਗਏ, ਭਾਫ ਵਾਲੇ ਆ ਗਏ, ਸਟੀਮ ਵਾਲੇ ਚੁੱਲ੍ਹੇ ਆ ਗਏ। ਫਿਰ ਪੱਖਾ ਚੱਲਣ ਦੀ ਹੁਣ ਲੋੜ ਨਹੀਂ, ਆ ਪੱਖੇ ਲੱਗੇ, ਏਸੀ ਲੱਗੇ ਆ। ਤੇ ਪਾਣੀ ਵੀ ਦੂਰੋਂ ਦਰਿਆਵਾਂ, ਨਦੀਆਂ, ਨਾਲਿਆਂ ਤੋਂ ਭਰ ਕੇ ਲਿਆਉਣ ਦੀ ਲੋੜ ਨਹੀਂ ਸਾਨੂੰ, ਟੂਟੀ ਛੱਡੋ ਤੇ ਪਾਣੀ ਆ ਜਾਂਦਾ। ਪਰ ਅੱਜ ਫਿਰ ਵੀ ਦਾਸ ਬੇਨਤੀ ਕਰਦਾ ਕਿ ਸਾਡੇ ਕੋਲੋਂ ਸੇਵਾ ਫਿਰ ਵੀ ਨਹੀਂ ਹੁੰਦੀ। ਪੁਰਾਤਨ ਗੁਰਸਿੱਖਾਂ ਨੇ ਕਿੰਨੀ ਕਿੰਨੀ ਘਾਲਣਾ ਘਾਲੀ। ਜੇ ਆਪਾਂ ਉਹਨਾਂ ਦੇ ਮਗਰ ਉਹ ਪੁਰਾਣੇ ਇਤਿਹਾਸ ਦੇ ਵਿੱਚ ਨਿਗਾਹ ਮਾਰੀਏ ਨਾ, ਤੇ ਆਪਾਂ ਸੋਚਾਂਗੇ ਵੀ ਉਹ ਇੰਨੀ ਇੰਨੀ ਸੇਵਾ ਕਿਵੇਂ ਕਰ ਗਏ। ਬਾਣੀ ਨਾਲ ਵੀ ਜੁੜੇ ਰਹੇ ਤੇ ਸੇਵਾ ਵੀ ਕਰਦੇ ਰਹੇ। ਤੇ ਅੱਜ ਸਾਡੇ ਕੋਲੇ ਸਾਰੇ ਸਾਧਨ ਨੇ ਵੀ ਕਮਰੇ 'ਚ ਹੀ ਬਾਥਰੂਮ ਬਣਾਇਆ ਹੋਇਆ, ਨਾਲ ਅਟੈਚ ਬਾਥਰੂਮ ਹੈ ਵੀ ਕਮਰੇ 'ਚੋਂ ਉੱਠ ਕੇ ਅਟੈਚ ਬਾਥਰੂਮ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਨਹੀਂ ਸਾਡੇ ਕੋਲੋਂ ਨਹਾਤਾ ਜਾਂਦਾ। ਤੇ ਉਹ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਦੀਆਂ ਨਾਲਿਆਂ ਤੇ ਨਹਾਉਣ ਜਾਂਦੇ ਸੀ। ਸਰਦੀ ਵੀ ਸੀ, ਗਰਮੀ ਵੀ ਸੀ, ਝੱਖੜ ਵੀ ਸੀ, ਮੀਂਹ ਵੀ ਸੀ, ਸਾਰਾ ਮੌਸਮ ਵੀ ਸੀ। ਪਰ ਸਾਡੇ ਕੋਲੇ ਅੱਜ ਕਿੰਨੀ ਸਹੂਲਤ ਹੈ। ਤੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇਖੋ, ਜਿਹੜੀਆਂ ਸੰਗਤਾਂ ਦੂਰੋਂ ਚੱਲ ਕੇ ਆਉਂਦੀਆਂ ਨਾ, ਉਹਨਾਂ ਦਾ ਰਹਿਣ ਦਾ ਪ੍ਰਬੰਧ ਕਰਦੇ। ਜਿਹੜੀਆਂ ਸੰਗਤਾਂ ਥੱਕ ਜਾਂਦੀਆਂ, ਜਿਵੇਂ ਬਜ਼ੁਰਗ ਹੁੰਦੇ ਜਾਂ ਬੱਚੇ ਹੁੰਦੇ, ਉਹਨਾਂ ਦੀ ਸਾਰੀ ਰਾਤ ਮੁੱਠੀ ਚਾਪੀ ਕਰਦੇ, ਲੱਤਾਂ ਘੁੱਟਦੇ ਮਹਾਰਾਜ। ਫਿਰ ਹਾਜ਼ਰ ਰਹਿੰਦੇ ਉਹਨਾਂ ਦੀ ਸੇਵਾ 'ਚ ਕਿ ਰਾਤ ਨੂੰ ਕਿਸੇ ਬਜ਼ੁਰਗ ਨੇ ਪਾਣੀ ਮੰਗ ਲਿਆ, ਆਵਾਜ਼ ਦਿੱਤੀ ਕਿ ਗੁਰਮੁਖਾ ਪਾਣੀ ਪੀਣਾ, ਤੇ ਉਹਨੂੰ ਪਾਣੀ ਪਿਆਉਣਾ ਰਾਤ ਨੂੰ। ਵੀ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਕਰਦੇ, ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਕਰਦੇ। ਤੇ ਉਹ ਸੇਵਾ ਤੋਂ ਦੇਖੋ ਕਿੰਨੇ ਖੁਸ਼ ਹੋਏ ਗੁਰੂ ਰਾਮਦਾਸ ਜੀ ਮਹਾਰਾਜ ਕਿ ਜਦੋਂ ਉੱਥੇ ਸੇਵਾ ਕਰਦੇ ਆ ਨਾ, ਸੇਵਾ ਕਰਦਿਆਂ ਨੂੰ ਕਾਫੀ ਸਮਾਂ ਹੋ ਗਿਆ। ਇਹਨਾਂ ਦੀ ਉਮਰ ਤਕਰੀਬਨ ਕੋਈ 16-17 ਸਾਲ ਦੀ, ਕਈਆਂ ਵਿਦਵਾਨਾਂ ਨੇ 18 ਸਾਲ ਦਾ ਵੀ ਜ਼ਿਕਰ ਕੀਤਾ। ਤੇ ਉਦੋਂ ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਪੁੱਤਰੀ ਸੀ ਬੀਬੀ ਭਾਨੀ, ਮਨਸਾ ਦੇਵੀ। ਉਹਨਾਂ ਨੇ ਕਿਹਾ ਕਿ ਸਵਾਮੀ ਜੀ ਆਪਣੀ ਪੁੱਤਰੀ ਬੀਬੀ ਭਾਨੀ ਵਿਆਹੁਣ ਵਾਲੀ ਹੈ, ਇਹਦੇ ਵਾਸਤੇ ਵਰ ਲੱਭੀਏ ਕੋਈ ਆਪਾਂ। ਤਾਂ ਅੱਗੋਂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਵਰ ਕਿਹੋ ਜਿਹਾ ਚਾਹੀਦਾ। ਤਾਂ ਸਾਹਮਣੇ ਗੁਰੂ ਰਾਮਦਾਸ ਜੀ ਮਹਾਰਾਜ ਸੇਵਾ ਕਰਦੇ ਪਏ ਸੀ। ਮਨਸਾ ਦੇਵੀ ਮਾਤਾ ਜੀ ਕਹਿਣ ਲੱਗੇ ਆ, ਜੇ ਵਾਰ ਹੋਵੇ ਤਾਂ ਉਹ ਜਿਹੜਾ ਸੇਵਾਦਾਰ ਸੇਵਕ ਸੇਵਾ ਕਰਦਾ ਨਾ, ਸਾਰਾ ਦਿਨ ਸੇਵਾ ਕਰਦਾ ਰਹਿੰਦਾ, ਕਦੇ ਉਹਨੂੰ ਅੱਕਦਾ ਥੱਕਦਾ ਨਹੀਂ ਵੇਖਿਆ, ਵੀ ਉਹਦੇ ਵਰਗਾ ਵਾਰ ਹੋਣਾ ਚਾਹੀਦਾ। ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇਖੋ ਜਿਹੜੇ ਉਹਦੀ ਸੇਵਾ ਤੋਂ ਪ੍ਰਸੰਨ ਹੋ ਚੁੱਕੇ ਸੀ, ਮਹਾਰਾਜ ਕਹਿਣ ਲੱਗੇ ਰਾਮਦਾਸ ਵਰਗਾ ਤਾਂ ਰਾਮਦਾਸ ਹੀ ਹੈ। ਵੀ ਰਾਮਦਾਸ ਵਰਗਾ ਤਾਂ ਰਾਮਦਾਸ ਹੀ ਹੈ, ਇਹਦੇ ਵਰਗਾ ਨਾ ਤਾਂ ਕੋਈ ਹੋਇਆ ਤੇ ਨਾ ਹੀ ਕਦੇ ਦੁਨੀਆ ਦੇ ਵਿੱਚ ਹੋਵੇਗਾ। ਇਹ ਬਚਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹੇ। ਤੇ ਦੇਖੋ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ, ਇਹਨਾਂ ਵਰਗਾ ਨਾ ਤਾਂ ਦੁਨੀਆ ਵਿੱਚ ਕਦੇ ਹੋਇਆ ਤੇ ਨਾ ਹੀ ਕਦੇ ਹੋਣਾ। ਮਹਾਰਾਜ ਵਰਗਾ ਕੋਈ ਨਹੀਂ ਬਣ ਸਕਦਾ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੇ ਸਵਾਲ ਕੀਤਾ, ਜੋ ਇਤਿਹਾਸ ਦੇ ਵਿੱਚ ਬਚਨ ਲਿਖੇ। ਮਹਾਰਾਜ ਜੀ ਨੂੰ ਸਿੱਖ ਪੁੱਛਦੇ ਕਿ ਮਹਾਰਾਜ ਜੀ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ, ਤੇ ਜਿਹੜਾ ਟਹਿਲੂਆ ਹੋਵੇ ਉਹ ਕਿਹੋ ਜਿਹਾ ਹੋਵੇ, ਕੋਈ ਸਾਕ ਨਾਤਾ ਹੋਵੇ ਉਹ ਕਿਹੋ ਜਿਹਾ ਹੋਣਾ ਚਾਹੀਦਾ, ਤੇ ਪੁੱਤਰ ਕਿਹੋ ਜਿਹਾ ਹੋਣਾ ਚਾਹੀਦਾ। ਇਹ ਸਵਾਲ ਕੀਤੇ ਮਹਾਰਾਜ ਜੀ ਨੂੰ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਰ ਦਿੰਦੇ ਆ ਉਸ ਸਮੇਂ। ਮਹਾਰਾਜ ਜੀ ਕਹਿਣ ਲੱਗੇ ਸਿੱਖ ਨਹੀਂ ਕੋਈ ਗੁਰ ਅੰਗਦ ਜਿਹਾ। ਵੀ ਜੇ ਸਿੱਖ ਹੋਵੇ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਵਰਗਾ ਹੋਵੇ, ਪਰ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਵਰਗਾ ਸਿੱਖ ਬਣਨਾ ਬਹੁਤ ਔਖਾ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 7 ਸਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਸੇਵਾ ਕੀਤੀ। 7 ਸਾਲ ਕਹਿ ਦੇਣਾ ਬੜਾ ਸੌਖਾ। 7 ਸਾਲ ਆਪਾਂ ਤਾਂ ਇੱਕ ਦਿਨ ਸੇਵਾ ਕਰ ਲਈਏ ਆਫਰ ਜਾਂਦੇ ਆ ਵੀ ਮੇਰੇ ਵਰਗਾ ਕੌਣ ਹੈ ਸੇਵਾਦਾਰ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਹੁਕਮ ਕਰ ਦਿੱਤਾ ਉਹ ਤੋਂ ਟਸ ਤੋਂ ਮਸ ਨਹੀਂ ਹੋਏ ਭਾਈ ਲਹਿਣਾ ਜੀ। ਟਸ ਤੋਂ ਮਸ ਨਹੀਂ ਹੋਏ। ਸਿੱਖੀ ਨੂੰ ਕਮਾਇਆ। ਜੇ ਆਪਾਂ ਸਿੱਖ ਬਣਨਾ ਨਾ ਤਾਂ ਸਾਨੂੰ ਭਾਈ ਲਹਿਣੇ ਦਾ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੀਵਨ ਪੜ੍ਹਨਾ ਪਵੇਗਾ। ਵੀ ਸਿੱਖ ਬਣਨ ਵਾਸਤੇ
ਕਿਹੜੀਆਂ ਕਸਵੱਟੀਆਂ ਝੱਲਣੀਆਂ ਪੈਂਦੀਆਂ ਜੇ ਸਿੱਖ ਬਣਨਾ। ਤਾਂ ਕਹਿ ਦੇਣਾ ਬੜਾ ਸੌਖਾ ਕਿ ਮੈਂ ਸਿੱਖ ਬਣ ਗਿਆ। ਅੱਜ ਤਾਂ ਸਮਾਂ ਹੀ ਇਹੋ ਜਿਹਾ ਆ ਗਿਆ, ਅਸੀਂ ਹਰ ਚੀਜ਼ ਦਾ ਖੰਡਨ ਕਰਨ ਲੱਗੇ। ਅੰਮ੍ਰਿਤ ਵੇਲਾ ਵੀ ਖੰਡਨ, ਸੇਵਾ ਵੀ ਖੰਡਨ, ਸਭ ਕੁਝ ਖੰਡਨ। ਕਹਿੰਦੇ ਲੋੜ ਹੀ ਨਹੀਂ ਇਹਨਾਂ ਚੀਜ਼ਾਂ ਦੀ। ਕੁਛ ਅਸੀਂ ਵੀ ਆਪ ਵੀ ਘਟ ਗਏ। ਦੇਖੋ ਆਪਾਂ ਦਾਸ ਬੇਨਤੀ ਕਰੇਗਾ ਕਿ ਦੇਖੋ ਸੇਵਾ ਸਭ ਤੋਂ ਵੱਡੀ ਗੁਰੂ ਘਰ ਦੇ ਵਿੱਚ ਮਹਾਨ ਦੋ ਸੇਵਾਵਾਂ ਨੇ, ਇੱਕ ਪਰਮਾਤਮਾ ਦੀ ਬੰਦਗੀ ਕਰਨੀ ਤੇ ਇੱਕ ਸੇਵਾ ਕਰਨੀ। ਸੇਵਾ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਹੰਕਾਰ ਖਤਮ ਹੁੰਦਾ ਮਨੁੱਖ ਦੇ ਅੰਦਰੋਂ। ਜੋ ਝੂਠੇ ਭਾਂਡੇ ਮਾਂਜੇਗਾ, ਸੰਗਤਾਂ ਦੀ ਸੇਵਾ ਕਰੇਗਾ ਨਾ, ਇਹਦੇ ਅੰਦਰੋਂ ਹੰਕਾਰ ਦੀ ਮੈਲ ਖਤਮ ਹੁੰਦੀ ਹੈ। ਤੇ ਹੁਣ ਸੇਵਾ ਤਾਂ ਕੋਈ ਕਰਕੇ ਨਹੀਂ ਰਾਜੀ। ਆਪਾਂ ਦੇਖਦੇ, ਤੁਸੀਂ ਵੀ ਸਾਰੇ ਦੇਖਦੇ ਆ ਤੇ ਮੈਂ ਵੀ ਦੇਖਦਾ ਰਹਿਣਾ ਕਿ ਗੁਰੂ ਘਰਾਂ ਦੇ ਵਿੱਚ ਵੀ ਕਈ ਥਾਈਂ ਦੇਖੀਦਾ ਕਿ ਉੱਥੇ ਪੰਗਤ ਨਹੀਂ ਲੱਗਦੀ। ਹੁਣ ਪੰਗਤ ਨਹੀਂ ਲੱਗਦੀ ਉੱਥੇ, ਤੇ ਉੱਥੇ ਤਾਂ ਉਹ ਖੁਰਲੀਆਂ ਜੀਆਂ ਰੱਖ ਦਿੰਦੇ ਵੀ ਪਾਈ ਜਾਓ ਤੇ ਖਾਈ ਜਾਓ, ਖੜੇ ਜੁੱਤੀਆਂ ਪਾਈਆਂ ਉਵੇਂ ਖਾਈ ਜਾਓ। ਬਸ ਕੋਈ ਮਰਿਆਦਾ ਥੋੜਾ ਰਹਿ ਗਈ। ਸਾਰੀਆਂ ਮਰਿਆਦਾਵਾਂ ਅਸੀਂ ਖਤਮ ਕਰ ਦਿੱਤੀਆਂ ਆਪਣੀਆਂ, ਕੋਈ ਮਰਿਆਦਾ ਨਹੀਂ ਸਾਡੀ ਰਹਿ ਗਈ। ਅਸੀਂ ਕਹਿੰਦੇ ਆ ਕਿ ਜੀ ਫਲਾਣੀ ਸੰਪਰਦਾ ਨੇ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ, ਫਲਾਣੀ ਕਮੇਟੀ ਨੇ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ, ਪਰ ਆਪਾਂ ਆਪਣੇ ਵਾਲੀ ਨਿਗਾਹ ਮਾਰੀਏ ਵੀ ਅਸੀਂ ਸਿੱਖੀ ਵਾਸਤੇ ਕੀ ਕੀਤਾ। ਵੀ ਅਸੀਂ ਨਗਰਾਂ ਵਿੱਚ ਰਹਿਣ ਵਾਲੇ ਲੋਕ ਹਾਂ, ਅਸੀਂ ਸਿੱਖੀ ਵਾਸਤੇ ਕੀ ਕੀਤਾ। ਹੁਣ ਦੇਖੋ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਬੰਨੀ ਸਿੱਖ ਪੰਥ ਦੀ, ਪੱਕੀਆਂ ਕੀਤੀਆਂ ਮਰਿਆਦਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ। ਜਨਮ ਦੀ ਮਰਿਆਦਾ, ਮਰਨ ਦੀ ਮਰਿਆਦਾ, ਅੰਮ੍ਰਿਤ ਵੇਲੇ ਦੀ ਮਰਿਆਦਾ, ਨਿਤਨੇਮ ਦੀ ਮਰਿਆਦਾ, ਆਸਾ ਜੀ ਦੇ ਵਾਰ ਦੇ ਕੀਰਤਨ ਨੂੰ ਦੀ ਮਰਿਆਦਾ, ਇਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ਼ੁਰੂ ਕੀਤਾ। ਫਿਰ ਮਹਾਰਾਜ ਜੀ ਨੇ ਆਨੰਦ ਕਾਰਜ ਦੀ ਮਰਿਆਦਾ ਸ਼ੁਰੂ ਕੀਤੀ। ਆਨੰਦ ਕਾਰਜ ਦੀ ਮਰਿਆਦਾ ਸ਼ੁਰੂ ਕੀਤੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਤੇ ਜਦੋਂ ਆਨੰਦ ਕਾਰਜ ਦੀ ਮਰਿਆਦਾ ਸ਼ੁਰੂ ਹੋ ਗਈ, ਉਦੋਂ ਹੀ ਦੇਖੋ ਹਿੰਦੂਆਂ ਨਾਲੋਂ ਤੇ ਮੁਸਲਮਾਨਾਂ ਨਾਲੋਂ ਸਿੱਖ ਧਰਮ ਜਿਹੜਾ ਸੀ ਵੱਖਰਾ ਹੋ ਗਿਆ ਸੀ। ਵੀ ਉਹਨਾਂ ਨਾਲ ਸਾਡਾ ਮੁੜ ਕੇ ਸੰਬੰਧ ਨਹੀਂ ਰਿਹਾ ਕੋਈ। ਉਹ ਤਾਂ ਹੀ ਤਾਂ ਦੇਖੋ ਬ੍ਰਾਹਮਣ ਪੰਡਤ ਮੁਲਾਣੇ ਚੀਕਦੇ ਸੀ ਵੀ ਇਹਨਾਂ ਨੇ ਇੱਕ ਪੰਗਤ ਕਾਇਮ ਕਰ ਲਈ, ਉੱਥੇ ਸਾਰਿਆਂ ਨੂੰ ਹੀ ਬਿਠਾ ਕੇ ਖਵਾਈ ਜਾਂਦੇ ਇੱਕੋ ਪੰਗਤ ਦੇ ਵਿੱਚ। ਇਹਨਾਂ ਦੇ ਵਿੱਚ ਊਚ ਨੀਚ ਦਾ ਕੋਈ ਹੈ ਹੀ ਨਹੀਂ, ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕੀਤੇ ਸੀ ਵੀ ਪਹਿਲਾਂ ਪੰਗਤ ਪਾਛੈ ਸੰਗਤ। ਜਿਹੜਾ ਸਾਡੇ ਦਰਸ਼ਨ ਕਰਨਾ ਚਾਹੁੰਦਾ ਉਹ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਆਵੇ, ਫਿਰ ਉਹਨੂੰ ਅਸੀਂ ਦਰਸ਼ਨ ਦੇਵਾਂਗੇ। ਨਹੀਂ ਅਸੀਂ ਦਰਸ਼ਨ ਨਹੀਂ ਦੇਣੇ। ਅਕਬਰ ਵਰਗੇ ਬਾਦਸ਼ਾਹ ਨੂੰ ਵੀ ਪੰਗਤ ਵਿੱਚ ਬੈਠਣਾ ਪੈ ਗਿਆ। ਤੇ ਜਿਹੜੇ ਲੋਕ ਜਾਤ ਪਾਤ ਦੇ ਨੀਚ ਲੋਕ, ਅਭਿਮਾਨੀ ਸੀ ਜਾਤ ਪਾਤ ਦੇ ਵੀ ਅਸੀਂ ਉੱਚੇ ਆ, ਉਹ ਲੋਕ ਹੀ ਗੁਰੂ ਘਰ ਦੇ ਵਿਰੋਧੀ ਹੋ ਗਏ ਸਾਰੇ ਫਿਰ ਇਕੱਠੇ ਹੋ ਕਰਕੇ। ਉਹਨਾਂ ਨੇ ਯਤਨ ਵੀ ਕੀਤੇ, ਇਹ ਨਹੀਂ ਵੀ ਯਤਨ ਨਹੀਂ ਕੀਤੇ, ਉਹਨਾਂ ਨੇ ਯਤਨ ਵੀ ਕੀਤੇ ਕਿ ਇਹ ਕੰਮ ਬੰਦ ਹੋਵੇ। ਸ਼ਿਕਾਇਤਾਂ ਵੀ ਕਰਦੇ ਰਹੇ। ਅਕਬਰ ਬਾਦਸ਼ਾਹ ਕੋਲੇ ਵੀ ਹੋਈਆਂ, ਜਹਾਂਗੀਰ ਕੋਲੇ ਵੀ ਹੋਈਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਾਂ ਹੀ ਤੱਤੀ ਤਵੀ ਤੇ ਬੈਠਣਾ ਪਿਆ ਨਾ, ਉਹਦੇ ਕਰਕੇ ਹੀ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬੈਠਣਾ ਪਿਆ। ਆਨੰਦ ਕਾਰਜ ਦੀ ਮਰਿਆਦਾ ਮਹਾਰਾਜ ਜੀ ਨੇ ਜਦੋਂ ਕਾਇਮ ਕੀਤੀ ਨਾ, ਤੇ ਦੇਖਿਓ ਸਿੱਖ ਪੰਥ ਇੱਕ ਵੱਖਰੀ ਕੌਮ ਹੈ। ਸਿੱਖ ਕੌਮ ਜਿਹੜੀ ਹੈ ਨਾ ਇੱਕ ਵੱਖਰੀ ਕੌਮ ਹੈ। ਇਹ ਮਹਾਰਾਜ ਜੀ ਨੇ ਸਾਨੂੰ ਦੇ ਦਿੱਤਾ। ਤੇ ਜਦੋਂ ਬਾਅਦ ਦੇ ਵਿੱਚ ਆਨੰਦ ਕਾਰਜ ਐਕਟ ਬਣਿਆ, ਕਾਨੂੰਨ ਬਣਿਆ, ਤੁਸੀਂ ਹੁਣ ਦੇਖੋ ਨੈਟ ਦੇ ਉੱਤੇ ਆਪਾਂ ਸਰਚ ਕਰਕੇ ਵੇਖ ਸਕਦੇ ਹਾਂ ਵੀ ਆਨੰਦ ਕਾਰਜ ਐਕਟ ਬਣਿਆ ਹੋਇਆ ਸਿੱਖਾਂ ਦਾ, ਵੀ ਸਿੱਖਾਂ ਦੇ ਬੱਚਿਆਂ ਦੇ ਆਨੰਦ ਕਾਰਜ ਹੀ ਹੋਣੇ ਚਾਹੀਦੇ ਆ। ਇਹ ਕਾਨੂੰਨ ਬਣ ਗਿਆ। ਤੇ ਜਿੰਨਾ ਸਾਡੇ ਸਿੱਖਾਂ ਨੇ ਕਾਨੂੰਨ ਬਣਾਇਆ, ਮਿਹਨਤ ਕੀਤੀ, ਵਿਦਵਾਨਾਂ ਨੇ ਕੇਸ ਲੜੇ, ਜਦੋਂ ਉਹ ਐਕਟ ਬਣਿਆ ਨਾ, ਪੁੱਛਿਆ ਗਿਆ ਵੀ ਇਹ ਆਨੰਦ ਕਾਰਜ ਦੀ ਮਰਿਆਦਾ ਜਿਹੜੀ ਤੁਸੀਂ ਬਣਾਈ ਹੈ, ਐਕਟ ਬਣਾ ਦਿੱਤਾ ਸੀ, ਕਾਨੂੰਨ ਬਣਾ ਦਿੱਤਾ, ਇਹਦੇ ਵਿੱਚ ਖਰਚਾ ਕਿੰਨਾ ਲਿਖਿਆ ਜਾਵੇ, ਵੀ ਖਰਚਾ ਕਿੰਨਾ ਹੋਣਾ ਚਾਹੀਦਾ ਇਹਦੇ ਵਿੱਚ। ਪਤਾ ਉੱਥੇ ਸਾਡੇ ਵਿਦਵਾਨਾਂ ਨੇ ਕੀ ਕਿਹਾ ਸੀ ਵੀ ਸਿੱਖ ਬੱਚੀ ਦਾ ਵਿਆਹ ਜਿਹੜਾ ਨਾ 1.25 ਰੁਪਈਏ ਦੇ ਵਿੱਚ ਹੋਣਾ ਚਾਹੀਦਾ, 1.25 ਰੁਪਈਏ ਦੇ ਵਿੱਚ ਇੰਨਾ ਲਿਖਿਆ ਹੋਇਆ ਉਹਦੇ ਵਿੱਚ। ਤੇ ਅਸੀਂ ਕਰੋੜਾਂ ਰੁਪਈਆ ਲਾਉਨੇ ਵਿਆਹਾਂ ਤੇ, ਕਰੋੜਾਂ ਰੁਪਈਆ। ਗੁਰੂ ਦੀ ਮਰਿਆਦਾ ਦਾ ਕਿੱਥੇ ਰਹਿ ਗਈ ਸਾਡੇ ਕੋਲੇ, ਦੱਸੋ ਰਹਿ ਗਈ ਕਿਸੇ ਕੋਲੇ? ਜੇ ਗੁਰੂ ਘਰ ਦੇ ਗ੍ਰੰਥੀ ਨੂੰ, ਕੀਰਤਨੀਏ ਨੂੰ, ਕੀਰਤਨੀਆ ਸਿੰਘ 1500 ਰੁਪਈਆ ਭੇਟਾ ਮੰਗ ਲਵੇ ਨਾ ਆਨੰਦ ਕਾਰਜ ਕਰਾਉਣ ਦੀ, ਕਹਿੰਦੇ ਬਾਬਾ ਤੂੰ ਹੰਕਾਰੀ ਹੋ ਗਿਆ, ਮਾਇਆਧਾਰੀ ਹੋ ਗਿਆ। ਹੁਣ ਕਰੋੜਾਂ ਰੁਪਈਆ ਭਾਵੇਂ ਆਪ ਵਿਆਹ ਤੇ ਖਰਚ ਕਰਦੇ ਨਾ, ਗ੍ਰੰਥੀ ਸਿੰਘ ਨੂੰ ਮਾਇਆ ਨਹੀਂ ਦੇ ਸਕਦੇ। ਸਾਦਾ ਵਿਆਹ ਕੌਣ ਕਰਦਾ? ਅੱਜ ਕਰਦਾ ਕੋਈ ਸਾਦੇ ਵਿਆਹ? 1.25 ਰੁਪਈਏ ਦੇ ਵਿੱਚ ਵਿਆਹ ਲਿਖਿਆ ਹੋਇਆ ਵੀ ਸਿੱਖ ਦਾ ਵਿਆਹ 1.25 ਰੁਪਈਏ 'ਚ ਹੋਣਾ। ਨਾ ਕੁੜੀ ਵਾਲਿਆਂ ਤੇ ਬੋਝ, ਨਾ ਮੁੰਡੇ ਵਾਲਿਆਂ ਤੇ ਬੋਝ। ਪਰ ਅਸੀਂ ਕੀ ਕਰਦੇ ਹਾਂ? ਕੁੜੀ ਵਾਲਿਆਂ ਤੇ ਵੀ ਬੋਝ ਬਣਦੇ ਹਾਂ, ਆਪ ਵੀ ਖਰਚਾ ਵਾਧੂ ਕਰਦੇ ਹਾਂ
ਤੇ ਜਦੋਂ ਖਰਚੇ ਕਰ ਲੈਂਦੇ ਆ ਮੁੜ ਕੇ ਸਰਕਾਰਾਂ ਨੂੰ ਵੀ ਦੋਸ਼ ਦੇਣ ਲੱਗ ਪੈਂਦੇ। ਚਲੋ ਠੀਕ ਹੈ, ਸਰਕਾਰਾਂ ਦੇ ਵੀ ਦੋਸ਼ ਹੁੰਦੇ, ਪਰ ਕਰਜ਼ਾ ਕਿਹਨੇ ਚੜਾਇਆ? ਸਰਕਾਰ ਨੇ ਤਾਂ ਨਹੀਂ ਨਾ ਚੜਾਇਆ। ਕੰਮ ਤਾਂ ਅਸੀਂ ਆਪ ਹੀ ਵੱਡੇ ਕਰਦੇ ਆ ਨਾ, ਨੱਕ ਰੱਖਣ ਵਾਸਤੇ ਆਪਣੀ, ਵੀ ਸਾਡੀ ਨੱਕ ਨਹੀਂ ਰਹਿਣੀ। ਤੇ ਕੰਨਾਂ ਰਾਹੀਂ ਸੁਣਨਾ ਚਾਹੁੰਦੇ ਆਪਾਂ ਆਪਣੀ ਸਿਫਤ, ਵੀ ਫਲਾਣੇ ਬੰਦੇ ਨੇ ਵਿਆਹ ਕੀਤਾ ਆਪਣੇ ਮੁੰਡੇ ਦਾ, ਬੜਾ ਪੈਸਾ ਲਾਇਆ, ਫਲਾਣਾ ਪੈਲਸ ਕੀਤਾ ਉਹਨਾਂ ਨੇ, ਬੜਾ ਕੁਝ ਖਵਾਇਆ, ਪਰ ਉੱਥੇ ਗੁਰੂ ਦੀ ਮਰਿਆਦਾ ਕੋਈ ਨਹੀਂ ਰਹਿੰਦੀ। ਗੁਰੂ ਤਾਂ ਸਾਨੂੰ ਉਦੋਂ ਹੀ ਭੁੱਲ ਜਾਂਦਾ। ਬਾਬਾ ਜੀ ਨੂੰ ਆ ਕੇ ਕਹੀਦਾ, ਬਾਬਾ ਜੀ ਛੇਤੀ ਛੇਤੀ ਕਲਾਵਾਂ ਪੜ੍ਹ ਦਿਓ, ਛੇਤੀ ਛੇਤੀ ਕੀਰਤਨ ਕਰ ਦਿਓ, ਜਿਹੜੇ ਸ਼ਬਦ ਨੇ ਉਸ ਬੱਚੇ ਤੇ ਬੱਚੀ ਦੀ ਜ਼ਿੰਦਗੀ ਸਵਾਰਨੀ ਸਾਰੀ, ਉਹ ਕੰਮ ਅਸੀਂ ਕਹਿੰਦੇ ਛੇਤੀ ਛੇਤੀ ਕਰ ਦਿਓ। ਬਸ ਉਹ ਕੰਮ ਅਸੀਂ ਛੇਤੀ ਛੇਤੀ ਕਰਵਾ ਕੇ, ਬਾਕੀ ਜਿਹੜਾ ਤੁਹਾਨੂੰ ਪਤਾ ਹੀ ਸਭ ਕੁਝ ਆਪਾਂ ਕਰਦੇ ਹਾਂ, ਉਹਨੂੰ ਕਰਨ ਵਾਸਤੇ ਭਾਵੇਂ 3-4 ਦਿਨ ਅਸੀਂ ਲੱਗੇ ਰਹੀਏ, ਡੀਜੇ ਲਾ ਲਈਏ, ਨੱਚੀ ਜਾਈਏ, ਪੈਸੇ ਸਿੱਟੀ ਜਾਈਏ ਉਹਨਾਂ ਦੇ ਉੱਤੇ, ਕਿਤੇ ਗ੍ਰੰਥੀ ਸਿੰਘ ਨੂੰ ਮਾਇਆ ਦੇਣ ਲੱਗ ਪਈਏ ਤੇ ਰੋਣ ਲੱਗ ਪੈਂਦੇ ਅਸੀਂ। ਸੋ ਇਸ ਕਰਕੇ ਅਸੀਂ ਗੁਰੂ ਦੀ ਮਰਿਆਦਾ ਤੋਂ ਬਹੁਤ ਦੂਰ ਚਲੇ ਗਏ। ਅਸੀਂ ਦੋਸ਼ ਦਿੰਨੇ ਤਾਂ ਹੀ। ਦੇਖੋ ਕੱਤਕ ਦਾ ਮਹੀਨਾ, ਮਾਰੇ ਕਹਿੰਦੇ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਿਹਨੂੰ ਰੱਬ ਭੁੱਲ ਗਿਆ ਤੇ ਸਾਰੇ ਰੋਗ ਹੀ ਆ ਜਾਣੇ। ਤਾਂ ਹੀ ਸਾਨੂੰ ਰੋਗ ਲੱਗੇ, ਚਿੰਤਾ, ਕਲੇਸ਼, ਕਲਾ ਕਲੇਸ਼, ਲੜਾਈਆਂ ਝਗੜੇ। ਤਾਂ ਹੀ ਸਾਡੀਆਂ ਧੀਆਂ ਵੀ ਨਹੀਂ ਵਸਦੀਆਂ, ਤਾਂ ਹੀ ਨਹੀਂ ਵਸਦੀਆਂ। ਗੁਰੂ ਤਾਂ ਭੁੱਲ ਜਾਂਦਾ ਉਦੋਂ ਸਾਨੂੰ। ਜੇ ਗੁਰੂ ਚੇਤੇ ਰਵੇ, ਬਾਣੀ ਚੇਤੇ ਰਵੇ, ਤੇ ਸਾਡੀਆਂ ਧੀਆਂ ਵੀ ਵਸਣਗੀਆਂ, ਉਹਨਾਂ ਦੇ ਘਰ ਸੁਖੀ ਵਸਣਗੇ। ਤੇ ਮਹਾਰਾਜ ਕਹਿੰਦੇ ਕਰਮ ਕਰਨੇ ਸੀ, ਪਰ ਕਰਮ ਕਰਕੇ ਦੋਸ਼ ਕਿਸੇ ਨੂੰ ਨਾ ਦਿਆ ਕਰਕੇ, ਫਲਾਣੇ ਕਰਕੇ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਵੀ ਜੋ ਮੈਂ ਕੀਤਾ ਉਹ ਪਾ ਲਿਆ। ਬਸ ਆਪਾਂ ਫਸਲ ਬੀਜਦੇ ਆ ਨਾ ਸਾਰੀ, ਆ ਵੀ ਇੱਕ ਕਰਮ ਕਰ ਰਹੇ ਆ, ਬੀਜ ਬੀਜ ਰਹੇ ਆ। ਸਤ ਸੰਗਤ ਜਿਹੜੀ ਹੈ ਨਾ, ਮਹਾਰਾਜ ਨੇ ਲਿਖਿਆ ਨਾ, ਕੱਤਕ ਹੋਵੈ ਸਾਧ ਸੰਗ ਬਿਨਸਹਿ ਸਭੇ ਸੋਚ। ਵੀ ਜੇ ਕੱਤਕ ਦੇ ਵਿੱਚ ਸਾਧ ਸੰਗਤ ਹੋ ਜਾਵੇ ਨਾ, ਸਾਰੀਆਂ ਚਿੰਤਾਵਾਂ ਕਲੇਸ਼ ਜਿਹੜੇ ਨੇ ਉਹ ਦੂਰ ਹੋ ਜਾਂਦੇ। ਇਹ ਵੀ ਇੱਕ ਬੀਜ ਬੀਜ ਰਹੇ ਹਾਂ ਅਸੀਂ, ਸਤ ਸੰਗਤ ਵਿੱਚ ਬੈਠ ਕੇ ਕਰਮ ਕਰ ਰਹੇ ਹਾਂ ਅਸੀਂ। ਇਹ ਚੰਗਾ ਕਰਮ ਹੈ ਤੇ ਇਹਦਾ ਵੀ ਫਲ ਸਾਨੂੰ ਮਿਲਣਾ। ਤੇ ਇੱਕ ਮਾੜਾ ਕਰਮ, ਮਾੜਾ ਬੀਜ ਪਾ ਲਿਆ। ਹੁਣ ਫਸਲ ਬੀਜੀ ਆਪਾਂ ਸਾਰਿਆਂ ਨੇ, ਝੋਨਾ ਵੱਢਣਾ ਨਾ, ਘਰਾਂ ਦੇ ਵਿੱਚ ਆਉਣਾ, ਫਸਲ ਆਉਣੀ ਤੇ ਨਵੀਂ ਫਸਲ ਬੀਜਣੀ। ਕੱਤਕ ਦਾ ਮਹੀਨਾ ਕਟਾਈ ਦਾ ਤੇ ਬਜਾਈ ਦਾ। ਹੁਣ ਜੇ ਫਸਲ ਨਵੀਂ ਬੀਜਣੀ ਤੇ ਆਪਾਂ ਕਿੰਨਾ ਧਿਆਨ ਰੱਖਦੇ ਕਿ ਪੁੱਛਦੇ ਆ ਸਾਰਿਆਂ ਨੂੰ ਵੀ ਕਿਹੜਾ ਬੀਜ ਪਾਈਏ ਜਿਹਦਾ ਝਾੜ ਚੰਗਾ ਨਿਕਲੇ। ਪਰ ਜਦੋਂ ਸੰਸਾਰੀ ਤੌਰ ਤੇ ਆਪਾਂ ਕੋਈ ਕਰਮ ਕਰਨੇ ਆ, ਉਦੋਂ ਨਹੀਂ ਕਿਸੇ ਨੂੰ ਪੁੱਛਦੇ। ਆਪਾਂ ਧਾਰਮਿਕ ਕਰਮ ਕਰਨ ਲੱਗਿਆ ਨਹੀਂ ਕਦੇ ਪੁੱਛਦੇ, ਦੁਨਿਆਵੀ ਕਰਮ ਕਰਨ ਲੱਗਿਆ ਨਹੀਂ ਪੁੱਛਦੇ ਵੀ ਬੀਜ ਕਿਹੜਾ ਪਾਈਏ। ਉਦੋਂ ਤਾਂ ਬੀਜ ਜਿਹੜਾ ਵੀ ਮਿਲ ਗਿਆ ਕਰਮ ਕਰ ਲਏ। ਮਾੜੇ ਕਰਮ ਵੀ ਆਪਾਂ ਬਹੁਤ ਕਰ ਲੈਂਦੇ, ਪਰ ਮਹਾਰਾਜ ਕਹਿੰਦੇ ਫਿਰ ਦੋਸ਼ ਨਾ ਕਿਸੇ ਨੂੰ ਦਈ। ਬੀਜਿਆ ਤਾਂ ਤੂੰ ਹੀ ਆ। ਜੇ ਹੁਣ ਆਪਾਂ ਝੋਨਾ ਬੀਜਿਆ ਸੀ ਤਾਂ ਹੀ ਉਹ ਕਟਾਇਆ ਨਾ। ਜੇ ਹੁਣ ਕਣਕ ਬੀਜਾਂਗੇ, ਮੱਕੀ ਬੀਜਾਂਗੇ, ਆਲੂ ਬੀਜਾਂਗੇ, ਜਿਹੜੀ ਵੀ ਕੋਈ ਫਸਲ ਬੀਜਾਂਗੇ, ਜਿਹੜਾ ਬੀਜ ਪਾਵਾਂਗੇ ਉਹੀ ਬੀਜ ਸਾਨੂੰ ਜਿਹੜਾ ਹੈ ਉਹ ਫਲ ਜਿਹੜਾ ਪ੍ਰਾਪਤ ਹੋਣਾ। ਉਵੇਂ ਸਰੀਰ ਨੂੰ ਮਹਾਰਾਜ ਜੀ ਨੇ ਧਰਤੀ ਕਿਹਾ ਵੀ ਇਹ ਸਰੀਰ ਵੀ ਇੱਕ ਧਰਤੀ ਹੈ। ਇਹਦੇ 'ਚ ਜਿਹੋ ਜਿਹਾ ਤੂੰ ਬੀਜ ਪਾਵੇਂਗਾ ਨਾ, ਉਹੋ ਜਿਹਾ ਹੀ ਬੀਜ ਤੈਨੂੰ ਦੁੱਖ ਰੂਪ ਵਿੱਚ, ਸੁੱਖ ਰੂਪ ਦੇ ਵਿੱਚ ਫਲ ਪ੍ਰਾਪਤ ਹੋਣਾ। ਇਸ ਕਰਕੇ ਸਾਨੂੰ ਗੁਰੂ ਘਰ ਦੇ ਵਿੱਚੋਂ ਬੜਾ ਕੁਝ, ਮਹਾਰਾਜ ਜੀ ਬਾਣੀ ਦਾ ਕਹਿੰਦੇ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਕਿ ਅਸੀਂ ਆਪਣੇ ਬਾਬਿਆਂ ਦੀਆਂ ਕਹਾਣੀਆਂ ਨੂੰ ਸੁਣਨਾ। ਸੁਣ ਕੇ ਉਹਨਾਂ ਦੇ ਵਿੱਚੋਂ ਜਦੋਂ ਆਪਾਂ ਮੰਨਣ ਵਾਲੇ ਰਸਤੇ ਤੇ ਤੁਰਾਂਗੇ ਨਾ, ਕਮਾਉਣ ਵਾਲੇ ਰਸਤੇ ਤੇ, ਉਹ ਬਾਬਿਆਂ ਦਾ ਜੀਵਨ ਜਿਹੜਾ ਹੈ, ਸਾਡੇ ਗੁਰੂ ਮਹਾਰਾਜ ਜੀ ਦਾ ਜੀਵਨ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਾ ਦਿੰਦਾ, ਸਾਡੇ ਅੰਦਰ ਪਿਆਰ ਪੈਦਾ ਕਰਦਾ ਕਿ ਅਸੀਂ ਵੀ ਉਸ ਰਸਤੇ ਤੇ ਚੱਲੀਏ। ਇਸ ਕਰਕੇ ਪੰਥ ਦੀਆਂ ਮਰਜ਼ਾਦਾਵਾਂ ਜਿਹੜੀਆਂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੱਕੀਆਂ ਕੀਤੀਆਂ। ਤੇ ਮਹਾਰਾਜ ਵੇਖੋ, ਤੇ ਉੱਥੇ ਦੇਖੋ ਜਦੋਂ ਉਹ ਮਹਾਰਾਜ ਜੀ ਨੇ ਬਚਨ ਕੀਤੇ, ਕਲਗੀਧਰ ਪਾਤਸ਼ਾਹ ਜੀ ਦੀ ਮੈਂ ਗੱਲ ਕਰ ਰਿਹਾ ਸੀ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਰਗਾ ਸਿੱਖ ਹੋਵੇ ਜੇ ਹੋਵੇ। ਤਾਂ ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਟਹਿਲੂਆ, ਤੇ ਮਹਾਰਾਜ ਕਹਿੰਦੇ ਟਹਿਲੂਆ ਗੁਰੂ ਅਮਰਦਾਸ ਵਰਗਾ ਹੋਵੇ। ਜੇ ਟਹਿਲੂਆ ਹੋਵੇ ਨਾ, ਸੇਵਾਦਾਰ ਹੋਵੇ, ਤਾਂ ਗੁਰੂ ਅਮਰਦਾਸ ਜੀ ਮਹਾਰਾਜ ਵਰਗਾ ਹੋਵੇ। ਫਿਰ ਪੁੱਛਿਆ ਮਹਾਰਾਜ ਨਾਤਾ, ਸਿੱਖ ਦਾ ਨਾਤਾ, ਤੇ ਕਹਿੰਦੇ ਸਿੱਖ ਦਾ ਨਾਤਾ ਸਾਕ ਨਹੀਂ ਗੁਰੂ ਰਾਮਦਾਸ ਜੈਸਾ। ਜੇ ਸਾਕ ਹੋਵੇ ਨਾ, ਨਾਤਾ ਹੋਵੇ, ਰਿਸ਼ਤਾ ਹੋਵੇ ਕਿਸੇ ਨਾਲ, ਰਿਸ਼ਤੇਦਾਰ ਹੋਵੇ, ਤਾਂ ਗੁਰੂ ਰਾਮਦਾਸ ਜੀ ਮਹਾਰਾਜ ਵਰਗਾ ਹੋਵੇ। ਪੁੱਤਰ ਨਹੀਂ ਗੁਰੂ ਅਰਜਨ ਜੈਸਾ, ਤੇ ਜੇ ਪੁੱਤਰ ਹੋਵੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵਰਗਾ ਹੋਵੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪਿਤਾ ਦੇ ਬਚਨਾਂ ਨੂੰ ਸੱਤ ਕਰਕੇ ਹੀ ਮੰਨਿਆ, ਕਦੇ ਉਹਨਾਂ ਦੇ ਬਚਨ ਤੋਂ ਪਾਸੇ ਨਹੀਂ ਗਏ।
ਤੇ ਹੁਣ ਗੁਰੂ ਰਾਮਦਾਸ ਜੀ ਮਹਾਰਾਜ ਵਰਗਾ ਨਾਤਾ ਕਿਉਂ ਹੋਵੇ? ਜਦੋਂ ਦੇਖੋ ਮਨਸਾ ਦੇਵੀ ਮਾਤਾ ਨੇ ਕਿਹਾ ਨਾ ਕਿ ਉਹ ਜਿਹੜਾ ਸੇਵਾਦਾਰ ਹੈ ਉਹਦੇ ਵਰਗਾ ਹੋਣਾ ਚਾਹੀਦਾ ਵਰ, ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਹਦੇ ਵਰਗਾ ਤਾਂ ਇਹੋ ਹੀ ਹੈ ਬਸ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ ਆਪਣੀ ਪੁੱਤਰੀ ਬੀਬੀ ਭਾਨੀ ਦਾ ਰਿਸ਼ਤਾ ਕਰ ਦਿੱਤਾ। ਹੁਣ ਦੇਖੋ ਉੱਥੇ ਹੀ ਰਹੇ 22 ਸਾਲ ਗੋਇੰਦਵਾਲ ਸਾਹਿਬ ਰਹੇ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ। 22 ਸਾਲ ਆਪਣੇ ਸਹੁਰੇ ਪਰਿਵਾਰ ਵਿੱਚ ਰਹਿ ਕੇ ਸੇਵਾ ਕੀਤੀ। 22 ਸਾਲ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਰਹਿ ਕੇ ਸੇਵਾ ਕੀਤੀ ਆ। ਤੇ ਨਹੀਂ ਤੇ ਆਪਾਂ ਦੇਖਦੇ ਹਾਂ ਦੁਨਿਆਵੀ ਤੌਰ ਤੇ ਵੀ ਜੇ ਕੋਈ ਜਵਾਈ ਭਾਈ ਹੋਵੇ ਨਾ ਤੇ ਉਹ ਹਮੇਸ਼ਾ ਹੀ ਧੀਆਂ ਕੁੜੀਆਂ ਦਾ ਪਰਿਵਾਰ, ਜਿਹੜਾ ਧੀਆਂ ਦਾ ਪਰਿਵਾਰ ਹੁੰਦਾ ਨਾ, ਉਹਦੇ ਉੱਤੇ ਰੋਹਬ ਮਾਰਦੇ। ਆਪਾਂ ਸਾਰੇ ਵਿਚਰਦੇ ਇਸ ਸੰਸਾਰ ਦੇ ਵਿੱਚ, ਤੇ ਜਵਾਈ ਭਾਈ ਪੂਰੀ ਠਾਠ ਨਾਲ ਰਹਿੰਦਾ, ਤੇ ਜੇ ਜਾਂਦਾ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਡਰ ਪਾਈ ਰੱਖਦਾ, ਤੇ ਸਹੁਰਾ ਪਰਿਵਾਰ ਵੀ ਡਰਦਾ ਕਿਤੇ ਕਿ ਜਵਾਈ ਭਾਈ ਕਿਤੇ ਗੁੱਸੇ ਹੀ ਨਾ ਹੋ ਜਾਵੇ। ਤੇ ਉਹ ਆਪਣੀ ਵਿੱਤੋਂ ਵੱਧ ਕੇ ਸੇਵਾ ਕਰਦੇ ਨੇ, ਕਿਤੇ ਵੀ ਗੁੱਸੇ ਹੋ ਕੇ ਨਹੀਂ ਜਾਣਾ ਚਾਹੀਦਾ। ਪਰ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸੇਵਕੀ ਭਾਉ ਰੱਖਿਆ, ਸਾਕ ਨਾ ਜਾਤਾ। ਇਤਿਹਾਸਕਾਰਾਂ ਨੇ ਲਿਖਿਆ ਸਾਕ ਨਾ ਜਾਤਾ, ਹਿਰਦੇ ਰੱਖਿਆ ਸੇਵਕੀ ਭਾਉ। ਵੀ ਸਾਕ ਨਹੀਂ ਜਾਣਿਆ ਕਿ ਮੈਂ ਗੁਰੂ ਘਰ ਦਾ ਰਿਸ਼ਤੇਦਾਰ ਬਣ ਗਿਆ, ਮੈਂ ਜਵਾਈ ਬਣ ਗਿਆ, ਪਰ ਆਪਣੇ ਹਿਰਦੇ ਵਿੱਚ ਕੀ ਰੱਖਿਆ? ਹਿਰਦੇ ਵਿੱਚ ਸੇਵਕੀ ਭਾਵ ਰੱਖਿਆ ਕਿ ਮੈਂ ਗੁਰੂ ਘਰ ਦਾ ਸੇਵਾਦਾਰ ਹਾਂ, ਬਸ ਸੇਵਕ ਹਾਂ ਇਸ ਘਰ ਦਾ। ਤੇ ਜਦੋਂ ਵੇਖੋ ਮਹਾਰਾਜ ਜੀ ਨੇ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਕਰਵਾਈ, ਗੋਇੰਦਵਾਲ ਸਾਹਿਬ ਬਹੁਤ ਸਿੱਖ ਆ ਕੇ ਸੇਵਾ ਕਰਦੇ। ਗੁਰੂ ਰਾਮਦਾਸ ਜੀ ਮਹਾਰਾਜ ਵੀ ਕਰਦੇ ਆ। ਥੱਲਿਓਂ ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਬਾਹਰ ਲਿਆ ਕੇ ਸੁੱਟਣੀਆਂ। ਮਹਾਰਾਜ ਜੀ ਦੇ ਵਸਤਰ ਸਾਰੇ ਮਿੱਟੀ ਨਾਲ ਲਿਬੜੇ ਹੋਏ, ਸਿਰ ਦੇ ਉੱਤੇ ਟੋਕਰਾ ਚੱਕਿਆ ਹੁੰਦਾ। ਤੇ ਕੀ ਹੋਇਆ ਵੀ ਲਾਹੌਰ ਤੋਂ ਇਹਨਾਂ ਦੇ ਸ਼ਰੀਕ ਪਰਿਵਾਰ ਵਾਲੇ ਉਹ ਕਿਤੇ ਦਰਸ਼ਨ ਦੀਦਾਰ ਕਿਤੇ ਯਾਤਰਾ ਤੇ ਗਏ, ਤਾਂ ਆਉਂਦੇ ਹੋਏ ਕਹਿੰਦੇ ਚਲੋ ਗੋਇੰਦਵਾਲ ਸਾਹਿਬ ਆਪਣਾ ਇੱਕ ਸ਼ਰੀਕ ਰਹਿੰਦਾ, ਆਪਣੇ ਪਰਿਵਾਰ ਦਾ ਇੱਕ ਮੈਂਬਰ ਰਹਿੰਦਾ, ਉਹਨੂੰ ਮਿਲ ਚੱਲੀਏ। ਵੀ ਸੁਣਿਆ ਵੀ ਉਹ ਗੁਰੂ ਘਰ ਦੇ ਵਿੱਚ ਵਿਆਹਿਆ ਗਿਆ, ਗੁਰੂ ਘਰ ਦੇ ਨਾਲ ਉਹਦਾ ਰਿਸ਼ਤਾ ਬਣ ਗਿਆ, ਵੇਖੀਏ ਤਾਂ ਸਹੀ ਉਹ ਰਹਿੰਦਾ ਕਿਵੇਂ ਜਾ ਕੇ ਉੱਥੇ। ਕਹਿੰਦੇ ਜਦੋਂ ਰਿਸ਼ਤੇਦਾਰ ਉਹ ਜਿਹੜੇ ਸ਼ਰੀਕ ਆਏ ਨਾ, ਉਹਨਾਂ ਨੇ ਕੀ ਵੇਖਿਆ ਕਿ ਬੌਲੀ ਦੀ ਸੇਵਾ ਚੱਲਦੀ ਪਈ ਆ, ਤੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਬੌਲੀ ਦੇ ਵਿੱਚੋਂ ਮਿੱਟੀ ਟੋਕਰੀਆਂ ਦੇ ਨਾਲ ਚੱਕ ਚੱਕ ਕੇ ਬਾਹਰ ਸਿੱਟਦੇ ਪਏ ਆ। ਤੇ ਜਦੋਂ ਇਹ ਵੇਖਿਆ ਤੇ ਉਹ ਆ ਕੇ ਰਾਮਦਾਸ ਜੀ ਨੂੰ, ਮਹਾਰਾਜ ਜੀ ਨੂੰ ਕਹਿਣ ਲੱਗੇ, ਰਾਮਦਾਸ ਵੀ ਤੂੰ ਇਹ ਜਿਹੜਾ ਕਰਮ ਕਰਦਾ ਪਿਆ ਨਾ, ਇਹਦੇ ਨਾਲ ਸਾਡੀ ਜਿਹੜੀ ਕੁੱਲ ਹੈ ਨਾ, ਸੋਢੀਆਂ ਦੀ ਕੁੱਲ ਹੈ, ਇਹਨੂੰ ਲਾਜ ਲੱਗਦੀ ਆ। ਤੂੰ ਤਾਂ ਲਾਜ ਲਾ ਦਿੱਤੀ, ਵੀ ਤੂੰ ਤਾਂ ਸਾਡੀ ਸਮਾਜ ਦੇ ਵਿੱਚ ਨੱਕ ਵਢਾ ਦਿੱਤੀ ਹੈ। ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹੇ। ਅਸੀਂ ਕੀ ਜਾ ਕੇ ਆਪਣੇ ਨਗਰ ਕਵਾਂਗੇ ਕਿ ਸਾਡੀ ਕੁੱਲ ਦੇ ਵਿੱਚੋਂ ਸਾਡਾ ਸ਼ਰੀਕ ਉਹ ਆਪਣੇ ਸਹੁਰੇ ਘਰ ਦੇ ਵਿੱਚ ਜਾ ਕਰਕੇ ਉੱਥੇ ਟੋਕਰੀਆਂ ਢੋਂਦਾ ਪਿਆ, ਵੀ ਅਸੀਂ ਐਂ ਜਾ ਕੇ ਕਵਾਂਗੇ ਵੀ ਇਦੋਂ ਤਾਂ ਚੰਗਾ ਸੀ ਤੂੰ ਸਾਡੇ ਘਰ ਵਿੱਚ ਜੰਮਦਾ ਹੀ ਨਾ, ਵੀ ਤੂੰ ਤਾਂ ਸਾਡੀ ਕੁੱਲ ਨੂੰ ਲਾਜ ਲਾ ਦਿੱਤੀ। ਮਹਾਰਾਜ ਨੂੰ ਬਹੁਤ ਸਖਤ ਕੌੜੇ ਬਚਨ ਬੋਲੇ ਉਹਨਾਂ ਨੇ। ਤੇ ਇੱਥੇ ਹੀ ਬਸ ਨਹੀਂ, ਗੁਰੂ ਰਾਮਦਾਸ ਜੀ ਮਹਾਰਾਜ ਦੇਖੋ ਨਿਮਰਤਾ ਦੇ ਪੁੰਜ ਹੱਥ ਜੋੜ ਕੇ ਖੜੇ ਨੇ ਉਹਨਾਂ ਦੇ ਅੱਗੇ। ਉਹ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲੇ ਚਲੇ ਗਏ। ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੋਲੇ ਚਲੇ ਗਏ ਤੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਪਤਾ ਸੀ ਵੀ ਇਹ ਜਾ ਕੇ ਫਿਰ ਕੌੜੇ ਬਚਨ ਬੋਲਣਗੇ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਿਵੇਂ ਕਮਾਈ ਜਾਂਦੀ, ਬਖਸ਼ਿਸ਼ਾਂ ਕਿਵੇਂ ਲਈਆਂ ਜਾਂਦੀਆਂ ਨੇ, ਗੁਰੂ ਦਰ ਦੇ ਵਿੱਚ ਨੀਵੇਂ ਹੋ ਕੇ ਸਭ ਕੁਝ ਪ੍ਰਾਪਤ ਹੁੰਦਾ। ਉਹ ਜਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਵੀ ਕਹਿੰਦੇ ਆ ਕਿ ਮਹਾਰਾਜ ਜੀ ਚਲੋ ਰਾਮਦਾਸ ਤਾਂ ਹਜੇ ਉਹਨੂੰ ਸੂਝ ਨਹੀਂ ਹੈਗੀ ਵੀ ਉਹ ਸੰਸਾਰ ਵਿੱਚ ਵਿਚਰਿਆ ਨਹੀਂ, ਕਿਉਂਕਿ ਉਹਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਤੇ ਜਿਹਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਵੇ, ਉਸ ਬੱਚੇ ਨੂੰ ਸੰਸਾਰ ਵਿੱਚ ਜਿਉਣ ਵਾਸਤੇ, ਜੀਵਨ ਜਾਂਚ ਸਿੱਖਣ ਵਾਸਤੇ ਬਹੁਤ ਸੰਘਰਸ਼ ਕਰਨਾ ਪੈਂਦਾ। ਜੇ ਸਿਰ ਤੇ ਪਿਤਾ ਹੋਵੇ ਫਿਰ ਉਹ ਬੇਫਿਕਰਾ ਹੋ ਕੇ ਸੰਸਾਰ ਵਿੱਚ ਵਿਚਰਦਾ। ਪਰ ਕਹਿੰਦੇ ਉਹਨੂੰ ਹਲੇ ਸੋਝ ਨਹੀਂ ਮਿਲੀ ਕੋਈ ਇੰਨੀ। ਪਰ ਮਹਾਰਾਜ ਜੀ ਤੁਸੀਂ ਤਾਂ ਸਿਆਣੇ ਹੋ ਨਾ, ਤੁਹਾਡੀ ਉਮਰ ਬਜ਼ੁਰਗ ਹੋ, ਤੁਸੀਂ ਸਿਆਣੇ ਹੋ, ਤੁਹਾਨੂੰ ਪਤਾ ਨਹੀਂ ਕਿ ਗੁਰੂ ਆਪਣੇ ਜਿਹੜਾ ਜਵਾਈ ਭਾਈ ਹੁੰਦਾ ਉਹਨੂੰ ਕਿਵੇਂ ਰੱਖੀਦਾ ਘਰੇ, ਵੀ ਉਹਨੂੰ ਦੀ ਸੇਵਾ ਕਰੀਦੀ ਹੈ। ਉਹ ਕੁਰਸੀ ਢਾਹ ਕੇ ਬੈਠਾ ਹੋਵੇ, ਸਾਰਾ ਪਰਿਵਾਰ ਉਹਦੇ ਮਗਰ ਤੁਰਿਆ ਫਿਰਦਾ ਹੋਵੇ ਵੀ ਭਾਈ ਤੈਨੂੰ ਦੱਸ ਕੀ ਚਾਹੀਦਾ। ਸਾਰੇ ਟੱਬਰ ਨੂੰ ਆਪਾਂ ਪੰਜਾਬੀ ਬੋਲੀ 'ਚ ਕਹਿ ਰਹੀਏ ਵਾਣੀ ਪਾਇਆ ਹੋਵੇ, ਤਾਂ ਕਰਕੇ ਐ ਸੇਵਾ ਕਰਦਾ ਹੋਵੇ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਜਵਾਈ ਭਾਈ। ਪਰ ਮਹਾਰਾਜ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਉਹਨੂੰ ਨੌਕਰਾਂ ਵਾਂਗੂ ਲਾਇਆ ਹੋਇਆ। ਤੇ ਗੁਰੂ ਰਾਮਦਾਸ ਜੀ ਮਹਾਰਾਜ ਮਗਰ ਖੜੇ ਹੱਥ ਜੋੜ ਕੇ ਤੇ ਹਿਰਦੇ ਵਿੱਚੋਂ ਅਰਦਾਸਾਂ ਕਰੀ ਜਾਂਦੇ ਆ। ਤੇ ਉਧਰੋਂ ਗੁਰੂ ਅਮਰਦਾਸ ਜੀ ਮਹਾਰਾਜ ਵੇਖਦੇ ਪਏ ਆ ਤੇ ਗੁਰੂ ਰਾਮਦਾਸ ਜੀ ਮਹਾਰਾਜ ਅਰਦਾਸਾਂ ਕਰਦੇ ਅੰਦਰੋਂ ਜੁੜੇ ਹੋਏ ਕਿ ਮਹਾਰਾਜ ਅੱਖਾਂ ਵਿੱਚੋਂ ਨੀਰ ਵਗੀ ਜਾਂਦਾ ਉਹਨਾਂ ਦੇ ਵੀ ਮਹਾਰਾਜ ਇਹਨਾਂ ਲੋਕ ਇਹ ਭੁੱਲੇ ਹੋਏ ਲੋਕ ਨੇ,
ਇਹਨਾਂ ਨੂੰ ਤੇਰੇ ਦਰ ਦੀ ਸੋਝੀ ਨਹੀਂ ਹੈਗੀ ਮਹਾਰਾਜ। ਇਹਨਾਂ ਨੂੰ ਪਤਾ ਨਹੀਂ ਇਸ ਦਰ ਤੋਂ ਹੀ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਸੇਵਕੀ ਭਾਵ ਰੱਖ ਕੇ ਸੇਵਾਦਾਰ ਬਣ ਕੇ ਇੱਥੋਂ ਸਭ ਕੁਝ ਲਿਆ ਜਾਂਦਾ। ਇੱਥੇ ਆ ਕੇ ਵੱਡਾਪਣ ਨਹੀਂ ਵਿਖਾਇਆ ਜਾਂਦਾ ਮਹਾਰਾਜ। ਵੀ ਇਹਨਾਂ ਨੂੰ ਪਤਾ ਨਹੀਂ, ਇਹਨਾਂ ਨੂੰ ਬਖਸ਼ ਦਿਓ। ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਕੋਈ ਬਚਨ ਕਰਨ ਲੱਗੇ, ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਵੱਲ ਵੇਖਿਆ ਤੇ ਮਹਾਰਾਜ ਦੀਆਂ ਅੱਖਾਂ ਵਿੱਚੋਂ ਹੰਝੂ ਵਗੀ ਜਾਂਦੇ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਵੀ ਦੇਖੋ ਭਾਈ, ਤੁਸੀਂ ਆਪਣੀ ਕੁੱਲ ਦਾ ਹੰਕਾਰ ਕਰਦੇ ਹੋ ਨਾ, ਵੀ ਸੋਢੀ ਕੁੱਲ ਬੜੀ ਉੱਚੀ ਆ, ਵੀ ਰਾਮਦਾਸ ਨੇ ਸਾਡੀ ਸੋਢੀ ਕੁੱਲ ਨੂੰ ਕਲੰਕ ਲਾ ਦਿੱਤਾ, ਲਾਜ ਲਾ ਦਿੱਤੀ ਆ। ਇਹ ਤਾਂ ਇਦੋਂ ਸਾਡੇ ਘਰ ਵਿੱਚ ਜੰਮਦਾ ਹੀ ਨਾ, ਇਹਨੇ ਤਾਂ ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰੱਖਿਆ, ਸਾਡੀ ਨੱਕ ਵਢਾ ਦਿੱਤੀ, ਇੱਥੇ ਨੌਕਰਾਂ ਵਾਂਗੂ ਸੇਵਾ ਕਰਦਾ। ਮਹਾਰਾਜ ਕਹਿਣ ਲੱਗੇ ਆ ਜਿਹੜੀ ਤੁਸੀਂ ਟੋਕਰੀ ਕਹਿੰਦੇ ਨਾ, ਟੋਕਰੀ ਢੋਂਦਾ, ਇਹ ਤੁਹਾਨੂੰ ਟੋਕਰੀ ਦਿੰਦੀ ਹੈ। ਮਹਾਰਾਜ ਕਹਿੰਦੇ ਇਹ ਪਾਤਸ਼ਾਹੀ ਦਾ ਛਤਰ ਹੈ, ਇਹਦੇ ਸਿਰ ਤੇ ਝੁਲਦਾ ਪਿਆ, ਇਹ ਪਾਤਸ਼ਾਹੀ ਦਾ ਛਤਰ ਝੁਲਦਾ ਪਿਆ, ਮੈਂ ਤਾਂ ਛਤਰ ਵੇਖਦਾ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ। ਫਿਰ ਮਹਾਰਾਜ ਕਹਿਣ ਲੱਗੇ ਤੁਸੀਂ ਆਪਣੀ ਕੁੱਲ ਦਾ ਹੰਕਾਰ ਕਰਦੇ ਹੋ ਨਾ, ਕਹਿੰਦੇ ਜੇ ਰਾਮਦਾਸ ਤੁਹਾਡੇ ਕੁੱਲ ਵਿੱਚ ਪੈਦਾ ਨਾ ਹੁੰਦਾ ਤਾਂ ਤੁਹਾਡੀ, ਇਤਿਹਾਸਕਾਰ ਭਾਈ ਸੰਤੋਖ ਸਿੰਘ ਜੀ ਨੇ ਵੀ ਬਚਨ ਲਿਖੇ, ਹੋਰ ਇਤਿਹਾਸਕਾਰਾਂ ਨੇ ਵੀ ਲਿਖੇ ਵੀ ਜੇ ਰਾਮਦਾਸ ਤੁਹਾਡੇ ਕੁੱਲ ਵਿੱਚ ਪੈਦਾ ਨਾ ਹੁੰਦਾ ਨਾ, ਤੁਹਾਡੀ ਸਾਰੀ ਕੁੱਲ ਨਰਕਾਂ ਨੂੰ ਜਾਣੀ ਸੀ। ਇਸ ਰਾਮਦਾਸ ਕਰਕੇ ਤੁਹਾਡੀ ਕੁੱਲ ਨੇ ਤਰਨਾ ਹੈ। ਤਾਂ ਹੀ ਦੇਖੋ ਭੱਟ ਸਾਹਿਬਾਨ ਨੇ ਬਚਨ ਲਿਖੇ, ਸੋਢੀ ਸਕਲ ਸ੍ਰਿਸ਼ਟ ਤਾਰਨ ਕੋ ਅਬ ਰਾਮਦਾਸ ਕੋ ਮਿਲੀ ਵਡਾਈ। ਪੜ੍ਹਦੇ ਨਾ ਬਚਨ ਆਪਾਂ ਵੀ ਸੋਢੀਆਂ ਨੂੰ ਵੀ ਤਾਰਨ ਵਾਸਤੇ, ਸਕਲ ਸ੍ਰਿਸ਼ਟ ਕੋ, ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਮਿਲੀ। ਜੇ ਅੱਜ ਦੁਨੀਆ ਦੇ ਵਿੱਚ ਸੋਢੀ ਨੇ ਨਾ, ਤੇ ਉਹ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਰਕੇ ਵਸਦੇ ਪਏ ਨੇ। ਇੰਨੀਆਂ ਬਖਸ਼ਿਸ਼ਾਂ ਦੇ ਪਾਤਰ। ਉੱਥੇ ਮਹਾਰਾਜ ਫਿਰ ਕਹਿਣ ਲੱਗੇ, ਮਹਾਰਾਜ ਕਹਿੰਦੇ ਤੁਸੀਂ ਇਹਦੀ ਸੇਵਾ ਨੂੰ ਨੌਕਰ ਕਹਿੰਦੇ ਹੋ। ਮਹਾਰਾਜ ਕਹਿੰਦੇ ਇਹਨੇ ਤਾਂ ਸੇਵਾ ਕਰਕੇ ਮੈਨੂੰ ਵੀ ਵਸ ਕਰ ਲਿਆ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਹਨੇ ਸੇਵਾ ਕਰਕੇ ਮੈਨੂੰ ਵੀ ਵਸ ਕਰ ਲਿਆ, ਮੈਂ ਇਹਦੇ ਵਸ ਦੇ ਵਿੱਚ ਹੋ ਗਿਆ। ਫਿਰ ਦੇਖਿਓ ਮਹਾਰਾਜ ਜੀ ਦੇ ਕੋਲੇ ਰਹਿ ਕਰਕੇ, ਹੁਣ ਜਦੋਂ ਗੁਰਤਾ ਗੱਦੀ ਦੀ ਗੱਲ ਚੱਲੀ ਵੀ ਗੁਰਤਾ ਗੱਦੀ ਕਿਹਨੂੰ ਮਿਲੇਗੀ, ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਵੀ ਬਣੇ ਨਾ, ਇਕੱਲੇ ਸੇਵਾਦਾਰ ਹੀ ਨਹੀਂ ਰਹੇ। ਜਦੋਂ ਗੁਰਤਾ ਗੱਦੀ ਦੀ ਗੱਲ ਚੱਲੀ ਪਰਿਵਾਰ ਦੇ ਵਿੱਚ, ਹੁਣ ਉੱਥੇ ਦਾਅਵੇਦਾਰ ਸੀ। ਜਦੋਂ ਜਿੱਥੇ ਦਾਅਵੇਦਾਰ ਖੜੇ ਹੋ ਜਾਣ ਨਾ, ਫਿਰ ਪ੍ਰੀਖਿਆ ਬੜੀ ਜ਼ਰੂਰੀ ਹੁੰਦੀ। ਭਾਵੇਂ ਧੁਰ ਤੋਂ ਹੀ ਲਿਖਿਆ ਹੋਇਆ ਸੀ ਸਭ ਕੁਝ, ਜਿਵੇਂ ਬਾਣੀ ਵਿੱਚ ਵੀ ਬਚਨ ਆਉਂਦਾ, ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨਾ ਕਿ ਦਾਤ ਜੋਤ ਖਸਮੈ ਵਡਿਆਈ, ਵੀ ਇਹ ਖਸਮ ਵੱਲੋਂ ਵਡਿਆਈਆਂ ਮਿਲਦੀਆਂ। ਇਹ ਉੱਪਰੋਂ ਧੁਰੋਂ ਲਿਖਿਆ ਆਉਂਦਾ ਸਭ ਕੁਝ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ, ਵੀ ਜਿਹੜੀ ਬਖਸ਼ਿਸ਼ ਹੋਣੀ ਹੈ ਵੀ ਧੁਰ ਤੋਂ ਲਿਖੀ ਆਉਂਦੀ, ਵੀ ਕਿਹਦੇ ਤੇ ਹੋਣੀ ਆ। ਤੇ ਇਹ ਹੁਕਮ ਵਿੱਚ ਹੀ ਲਿਖਿਆ ਵੀ ਕਿਹਨੇ ਭਟਕਣਾ ਵਿੱਚ ਪਏ ਰਹਿਣਾ, ਵੀ ਭਟਕਦੇ ਹੀ ਰਹਿਣਾ, ਉਹ ਵੀ ਧੁਰ ਤੋਂ ਹੀ ਲਿਖਿਆ ਆਉਂਦਾ। ਤੇ ਹੁਣ ਦਾਤ ਜੋਤ ਖਸਮੈ ਵਡਿਆਈ, ਇਹ ਖਸਮ ਦੀ ਵਡਿਆਈ, ਇਹ ਤਾਂ ਪਹਿਲਾਂ ਹੀ ਸਿਸਟਮ ਬਣ ਗਿਆ ਸੀ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸੰਸਾਰ ਵਿੱਚ ਆਉਣਾ, ਉਹਨਾਂ ਦੀ ਜੋਤ ਨੇ 10 ਜਾਮਿਆਂ ਵਿੱਚ ਵਿਚਰਨਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇਣੀ, ਸ਼ਬਦ ਗੁਰੂ ਦੇ ਲੜ ਲਾਉਣਾ ਉਹਨਾਂ ਨੇ। ਇਹ ਸਾਰਾ ਸਿਸਟਮ ਪਹਿਲਾਂ ਤਿਆਰ ਹੋ ਕੇ ਆਇਆ ਸੀ। ਪਰ ਪ੍ਰੀਖਿਆ ਕਿਉਂ, ਜੋ ਫਿਰ ਆਪਾਂ ਇੱਥੇ ਸਵਾਲ ਪੈਦਾ ਉਹ ਵੀ ਪ੍ਰੀਖਿਆ ਕਿਉਂ ਜ਼ਰੂਰੀ ਸੀ ਜੇ ਪਹਿਲਾਂ ਹੀ ਬਣ ਕੇ ਆਇਆ ਸੀ। ਪਰ ਦੇਖਿਓ ਜਦੋਂ ਕੋਈ ਚੀਜ਼ ਦੀ ਆਪਾਂ ਵੇਖਦੇ ਨਾ, ਚੋਣ ਕਰਦੇ ਆ, ਤੇ ਉਹਦੇ ਦਾਅਵੇਦਾਰ ਬੜੇ ਖੜੇ ਹੋ ਜਾਂਦੇ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਾਈ ਲਹਿਣੇ ਦੀ ਚੋਣ ਕੀਤੀ, ਤੇ ਦਾਅਵੇਦਾਰ ਬਾਬਾ ਸ੍ਰੀ ਚੰਦ ਜੀ ਵੀ ਖੜ ਗਏ ਨਾ, ਬਾਬਾ ਲਖਮੀ ਚੰਦ ਜੀ ਵੀ ਖੜ ਗਏ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਸੇਵਕ ਦੀ ਚੋਣ ਕੀਤੀ, ਗੁਰੂ ਅਮਰਦਾਸ ਜੀ ਮਹਾਰਾਜ ਦੀ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੁੱਤਰ ਦਾਅਵੇਦਾਰ ਬਣ ਕੇ ਦਾਤੂ ਤੇ ਦਾਸੂ ਖੜ ਗਏ। ਹੁਣ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਹੁਣ 4 ਜਾਣੇ ਸੀ, 4 ਜਾਣੇ, ਬਾਬਾ ਮੋਹਨ ਜੀ ਵੱਡੇ ਸੁਪੁੱਤਰ, ਬਾਬਾ ਮੋਹਰੀ ਜੀ, ਤੇ 2 ਜਵਾਈ ਨੇ ਮਹਾਰਾਜ ਦੇ, ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਜੀ ਮਹਾਰਾਜ। ਹੁਣ 4 ਜਾਣੇ ਨੇ, 4ਾਂ ਚੋਂ ਚੋਣ ਤਾਂ ਕਰਨੀ ਸੀ। ਮਹਾਰਾਜ ਨੂੰ ਪਤਾ ਸੀ ਕਿ ਦਾਅਵੇਦਾਰ ਵੀ ਜ਼ਰੂਰ ਨੇ ਵਿੱਚ, ਜਿਨ੍ਹਾਂ ਦੇ ਅੰਦਰ ਦਾਅਵਾ ਬਣਾ ਕੇ ਬੈਠੇ ਹੋਏ ਕਿ ਗੁਰਤਾ ਗੱਦੀ ਤਾਂ ਸਾਡੀ ਹੈ। ਜਿਵੇਂ ਬਾਬਾ ਮੋਹਨ ਜੀ ਬਣਾ ਕੇ ਬੈਠੇ ਸੀ, ਬਾਬਾ ਮੋਹਰ ਜੀ ਵੀ ਬਣਾ ਕੇ ਬੈਠੇ ਸੀ ਕਿ ਅਸੀਂ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪੁੱਤਰ ਹਾਂ, ਸਾਨੂੰ ਤਾਂ ਗੁਰਤਾ ਗੱਦੀ ਮਿਲਣੀ ਸਾਡਾ ਹੱਕ ਹੈ। ਪਰ ਉਹ ਇਹ ਨਹੀਂ ਜਾਣਦੇ ਸੀ, ਇਹ ਤਾਂ ਸੇਵਕ ਭਾਗ, ਜਿਹੜਾ ਸੇਵਕ ਭਾਵ ਰੱਖ ਕੇ ਸੇਵਾ ਕਰਦਾ ਨਾ, ਉਹਨੂੰ ਇਹ ਦਾਤ ਮਿਲਦੀ ਹੈ। ਤੇ ਜਿਹਦੇ ਕਰਮਾਂ 'ਚ ਧੁਰੋਂ ਲਿਖੀ ਹੋਈ ਉਹਨੂੰ ਹੀ ਮਿਲਣੀ। ਪ੍ਰੀਖਿਆ ਲੈਣੀ ਇਹ ਇਸ ਕਰਕੇ ਪ੍ਰੀਖਿਆ ਲਈ ਕਿ ਜਿਹੜੇ ਦਾਅਵੇਦਾਰ ਲੋਕ ਨੇ ਨਾ, ਉਹਨਾਂ ਦਾ ਦਾਅਵਾ ਜਿਹੜਾ ਹੈ ਉਹ ਖੰਡਨ ਕੀਤਾ ਜਾ ਸਕੇ, ਘਟਾਇਆ ਜਾ ਸਕੇ।
ਤਾਂ ਫਿਰ ਮਹਾਰਾਜ ਜੀ ਨੇ ਦੇਖੋ ਜਦੋਂ ਪ੍ਰੀਖਿਆ ਲਈ ਨਾ, ਹੁਣ ਬਾਬਾ ਮੋਹਨ ਜੀ ਦੀ ਤੇ ਮੋਹਰੀ ਜੀ ਦੀ ਪ੍ਰੀਖਿਆ ਤੋਂ ਪਹਿਲਾਂ ਹੀ ਲੈ ਚੁੱਕੇ ਸੀ, ਪਰਖ ਲਿਆ ਸੀ ਉਹਨਾਂ ਨੇ ਵੀ ਨਹੀਂ, ਇਹ ਨਹੀਂ, ਭਾਵੇਂ ਦਾਅਵਾ ਕਰਦੇ ਨੇ ਪਰ ਗੁਰਤਾ ਗੱਦੀ ਦੇ ਲਾਇਕ ਨਹੀਂ ਹੈਗੇ। ਹੁਣ ਰਹਿ ਗਏ ਦੋ ਜਵਾਈ ਮਹਾਰਾਜ ਜੀ ਦੇ। ਹੁਣ ਮਹਾਰਾਜ ਜੀ ਨੇ ਜਦੋਂ ਪ੍ਰੀਖਿਆ ਲੈਣ ਵਾਸਤੇ ਫਿਰ ਕਿਹਾ, ਇੱਕ ਦਿਨ ਮਹਾਰਾਜ ਨੇ ਵੇਖਿਆ ਵੀ ਹੁਣ ਸਾਡਾ ਸਮਾਂ ਆ ਗਿਆ। ਜਿੱਥੇ ਮਹਾਰਾਜ ਜੀ ਨੇ ਬੌਲੀ ਸਾਹਿਬ ਦੀ ਸੇਵਾ ਕਰਵਾਈ ਨਾ, ਉੱਥੇ ਮਹਾਰਾਜ ਜੀ ਨੇ ਕਿਹਾ ਭਾਈ ਰਾਮੇ ਨੂੰ ਤੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਿ ਸਾਡੇ ਬੈਠਣ ਵਾਸਤੇ ਇੱਕ ਥੜੇ ਬਣਾਏ ਜਾਣ, ਤੇ ਥੜੇ ਇਹੋ ਜਿਹੇ ਬਣਾਏ ਜਾਣ ਵੀ ਇੰਨਾ ਸਭ ਕੁਝ ਦੱਸਿਆ ਮਹਾਰਾਜ ਜੀ ਨੇ ਵੀ ਇੰਨਾ ਉੱਚਾ ਬਣਾਇਆ ਜਾਵੇ ਕਿ ਸਾਰੀ ਸੰਗਤ ਨੂੰ ਜਿਹੜੀ ਆ ਬੈਠੀ ਉਹਨੂੰ ਅਸੀਂ ਦੇਖ ਸਕੀਏ, ਤੇ ਸਾਰੀ ਸੰਗਤ ਬੈਠੀ ਹੋਈ ਸਾਡੇ ਦਰਸ਼ਨ ਕਰ ਸਕੇ। ਵੀ ਕੋਈ ਇਹ ਨਾ ਕਵੇ ਵੀ ਮੈਨੂੰ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੁੰਦੇ। ਹੁਣ ਥੜੇ ਦੀਆਂ ਨਿਸ਼ਾਨੀਆਂ ਲਾ ਦਿੱਤੀਆਂ, ਮਿਣਤੀ ਗਿਣਤੀ ਸਾਰੀ ਦੱਸ ਦਿੱਤੀ। ਭਾਈ ਰਾਮਾ ਜੀ ਵੀ ਲੱਗ ਗਏ ਸੇਵਾ ਵਿੱਚ ਤੇ ਗੁਰੂ ਰਾਮਦਾਸ ਜੀ ਮਹਾਰਾਜ ਵੀ ਲੱਗ ਗਏ। ਸਵੇਰੇ ਥੜੇ ਦਾ ਕੰਮ ਸ਼ੁਰੂ ਹੋਇਆ, ਸ਼ਾਮ ਤੱਕ ਥੜੇ ਤਿਆਰ ਹੋ ਗਏ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਣ ਵਾਸਤੇ ਆਏ ਥੜੇ। ਜਦੋਂ ਥੜਾ ਦੇਖਿਆ ਨਾ, ਭਾਈ ਰਾਮੇ ਦਾ ਥੜਾ ਵੇਖਿਆ, ਮਹਾਰਾਜ ਜੀ ਕਹਿੰਦੇ ਰਾਮਿਆ ਤੇਰਾ ਥੜਾ ਠੀਕ ਨਹੀਂ ਬਣਿਆ, ਇਹਨੂੰ ਢਾਹ ਦੇ। ਹੁਣ ਭਾਈ ਰਾਮਾ ਅੰਦਰੋਂ ਨਹੀਂ ਚਾਹੁੰਦਾ ਸੀ ਢਾਉਣਾ, ਅੰਦਰੋਂ ਨਹੀਂ ਚਾਹੁੰਦਾ ਸੀ ਢਾਉਣਾ, ਪਰ ਗੁਰੂ ਦਾ ਬਚਨ ਫਿਰ ਵੀ ਮੰਨਿਆ, ਬਾਹਰੋਂ ਦੁਨੀਆ ਨੂੰ ਵਿਖਾਉਣ ਵਾਸਤੇ। ਆਪਾਂ ਕਈ ਵਾਰ ਆਪਣਾ ਜੀਵਨ ਵੀ ਇਸ ਤਰ੍ਹਾਂ ਦਾ ਹੀ ਹੈ ਵੀ ਅਸੀਂ ਦੁਨੀਆ ਨੂੰ ਵਿਖਾਉਣ ਵਾਸਤੇ ਕਈ ਵਾਰ ਗੁਰੂ ਦਾ ਬਚਨ ਮੰਨ ਲੈਂਦੇ, ਪਰ ਸਾਡਾ ਅੰਦਰਲਾ ਜਿਹੜਾ ਨਾ ਉਸ ਚੀਜ਼ ਤੇ ਸਹਿਮਤ ਨਹੀਂ ਹੁੰਦਾ, ਗੁਰੂ ਦੀ ਗੱਲ ਨੂੰ ਉਹ ਮੰਨਦਾ ਨਹੀਂ ਹੁੰਦਾ। ਪਰ ਦੁਨੀਆ ਨੂੰ ਵਿਖਾਉਣ ਵਾਸਤੇ ਜਿਹੜਾ ਹੈ ਕਈ ਵਾਰ ਅਸੀਂ ਗੁਰੂ ਮਹਾਰਾਜ ਦਾ ਬਚਨ ਮੰਨ ਲਈਦਾ। ਉਹਦੇ ਵਿੱਚ ਕੀ ਆਉਂਦਾ, ਜਿਵੇਂ ਆਪਾਂ ਘਰਾਂ 'ਚ ਸਾਡੇ ਵਿਆਹ ਹੁੰਦੇ ਆ ਤੇ ਅਸੀਂ ਗੁਰੂ ਦਾ ਬਚਨ ਸਿਰਫ ਇੰਨਾ ਕੀ ਮੰਨਦੇ ਆ ਵੀ ਘਰੇ ਸਹਿਜ ਪਾਠ ਕਰਾਉਣਾ, ਅਖੰਡ ਪਾਠ ਕਰਾਉਣਾ ਬਸ। ਪਰ ਉਹ ਇਹ ਨਹੀਂ ਮੰਨਣ ਨੂੰ ਸਹਿਮਤ ਹੁੰਦਾ ਕਿ ਗੁਰੂ ਮਹਾਰਾਜ ਕਹਿੰਦੇ ਡੀਜੇ ਤਾਂ ਨਹੀਂ ਲੱਗਣੇ ਚਾਹੀਦੇ, ਵਿਆਹ 'ਚ ਸ਼ਰਾਬ ਤਾਂ ਨਹੀਂ ਵਰਤਾਉਣੀ, ਮਾਸ ਤਾਂ ਨਹੀਂ ਵਰਤਾਉਣਾ, ਗੁਰੂ ਦੀ ਮਰਿਆਦਾ ਰੱਖਣੀ ਪਊਗੀ। ਉਸ ਗੱਲ ਨਾਲ ਸਾਡਾ ਅੰਦਰਲਾ ਨਹੀਂ ਸਹਿਮਤ ਹੁੰਦਾ। ਕਰ ਸਭ ਕੁਝ ਅਸੀਂ ਉਵੇਂ ਹੀ ਲੈਂਦੇ ਹਾਂ, ਗੁਰੂ ਦਾ ਆਸਰਾ ਵੀ ਲੈ ਲਿਆ, ਲੋਕਾਂ ਨੂੰ ਵਿਖਾਉਣ ਵਾਸਤੇ ਵੀ ਅਸੀਂ ਸਿੱਖ ਹਾਂ ਮਹਾਰਾਜ ਦੇ, ਵੀ ਸਿੱਖੀ ਨੂੰ ਮੰਨਦੇ ਹਾਂ ਅਸੀਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਸੀਂ, ਲੋਕਾਂ ਨੂੰ ਵਿਖਾਉਣ ਵਾਸਤੇ ਸਿਰਫ। ਪਰ ਅੰਦਰੋਂ ਸਹਿਮਤ ਨਹੀਂ ਹੁੰਦੇ ਗੁਰੂ ਨਾਲ ਅਸੀਂ। ਬਹੁਤ ਘੱਟ ਲੋਕ ਹੋਣਗੇ ਜਿਹੜੇ ਅੰਦਰੋਂ ਗੁਰੂ ਨਾਲ ਸਹਿਮਤ ਹੁੰਦੇ ਹੋਣਗੇ। ਭਾਈ ਰਾਮਾ ਜੀ ਹੁਣ ਅੰਦਰੋਂ ਨਹੀਂ ਸਹਿਮਤ ਇਸ ਗੱਲ ਤੇ, ਪਰ ਥੜਾ ਢਾਹ ਦਿੱਤਾ। ਹੁਣ ਮਹਾਰਾਜ ਜੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਕੋਲੇ ਚਲੇ ਗਏ, ਉਹਨੂੰ ਕਹਿਣ ਲੱਗੇ ਰਾਮਦਾਸ ਤੇਰਾ ਥੜਾ ਠੀਕ ਨਹੀਂ ਬਣਿਆ, ਢਾਹ ਦੇ। ਉਹਨਾਂ ਨੇ ਕੀ ਕੀਤਾ, ਉਦੋਂ ਹੀ ਢਾਹ ਦਿੱਤਾ ਥੜਾ। ਹੱਥ ਜੋੜ ਕੇ ਖੜ ਗਏ, ਕਹਿਣ ਲੱਗੇ ਗੁਰੂ ਮਹਾਰਾਜ ਜੀ ਮੇਰੀ ਅਲਪ ਬੁੱਧੀ ਹੈ, ਛੋਟੀ ਬੁੱਧੀ ਦਾ ਮੈਂ ਔਗੁਣਾਂ ਨਾਲ ਭਰਿਆ ਹੋਇਆ ਮਹਾਰਾਜ, ਤੁਸੀਂ ਸਹੀ ਦੱਸ ਕੇ ਜਾਂਦੇ ਹੋ ਪਰ ਮੇਰੀ ਬੁੱਧੀ ਪਕੜ ਨਹੀਂ ਕਰਦੀ ਤੁਹਾਡੀ ਗੱਲ ਨੂੰ ਮਹਾਰਾਜ। ਜਿਵੇਂ ਤੁਸੀਂ ਕਹਿ ਕੇ ਜਾਂਦੇ ਹੋ ਨਾ, ਮੈਂ ਕੋਸ਼ਿਸ਼ ਬੜੀ ਕਰਦਾ ਬਣਾਉਣ ਦੀ ਮਹਾਰਾਜ, ਪਰ ਮੇਥੋਂ ਬਣਦਾ ਨਹੀਂ, ਆਪ ਕਿਰਪਾ ਕਰੋ ਮੇਰੇ ਕੋਲ ਥੜਾ ਬਣਵਾ ਲਓ। ਦੂਸਰੇ ਦਿਨ ਫਿਰ ਮਹਾਰਾਜ ਜੀ ਨੇ ਨਿਸ਼ਾਨੀਆਂ ਲਾ ਕੇ ਦਿੱਤੀਆਂ। ਸਾਡਾ ਇਤਿਹਾਸ ਦੱਸਦਾ ਕਿ 7 ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਥੜਾ ਬਣਾਇਆ ਤੇ 7 ਦਿਨ ਹੀ ਥੜਾ ਢਹਿੰਦਾ ਰਿਹਾ। ਪਰ ਜਿਹੜਾ ਭਾਈ ਰਾਮਾ ਸੀ ਉਹ ਤੀਜੇ ਦਿਨ ਭੱਜ ਗਿਆ ਸ਼ਾਮ ਨੂੰ। ਤੀਜੇ ਦਿਨ ਜਦੋਂ ਥੜਾ ਬਣਵਾਇਆ ਨਾ ਮਹਾਰਾਜ ਜੀ ਨੇ, ਤੀਜੇ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਆਏ, ਆ ਕੇ ਭਾਈ ਰਾਮੇ ਨੂੰ ਕਹਿੰਦੇ ਰਾਮਿਆ ਤੇਰਾ ਥੜਾ ਠੀਕ ਨਹੀਂ ਬਣਿਆ, ਇਹਨੂੰ ਢਾਹ ਦੇ। ਉਹ ਤਾਂ ਪਹਿਲੇ ਦਿਨ ਵੀ ਨਹੀਂ ਢਾਉਣਾ ਚਾਹੁੰਦਾ ਸੀ, ਪਰ ਅੱਜ ਅੰਦਰ ਜਿਹੜੀ ਚੀਜ਼ ਸੀ ਉਬਲ ਕੇ ਬਾਹਰ ਆ ਗਈ, ਉਬਲ ਕੇ ਬਾਹਰ ਆ ਗਈ। ਭਾਈ ਰਾਮੇ ਨੇ ਜੋ ਕਰੰਡੀ ਜੋ ਸਮਾਨ ਸੀ ਥੜਾ ਬਣਾਉਣ ਵਾਲਾ ਚੱਕ ਕੇ ਮਾਰਿਆ ਚਲਾ ਕੇ, ਕਹਿੰਦਾ ਆ ਪਿਆ ਸਮਾਨ, ਮੈਂ ਨਹੀਂ ਬਣਾਉਂਦਾ ਕਹਿੰਦਾ ਥੜਾ। ਤੁਸੀਂ 70-72 ਹੋ ਗਏ। ਮਹਾਰਾਜ ਜੀ ਨੂੰ ਇਹ ਬਚਨ ਕਹੇ ਵੀ ਤੁਸੀਂ ਬਜ਼ੁਰਗ ਹੋ ਗਏ ਹੋ, ਤੁਸੀਂ ਸਵੇਰੇ ਕੁਝ ਹੋਰ ਦੱਸ ਕੇ ਜਾਂਦੇ ਹੋ, ਸ਼ਾਮ ਨੂੰ ਕੁਝ ਆ ਕੇ ਹੋਰ ਕਹਿ ਦਿੰਦੇ ਹੋ। ਮੈਂ ਥੜਾ ਸਹੀ ਬਣਾਉਣਾ, ਮੈਂ ਮਹਾਰਾਜ ਨੂੰ ਕਹਿੰਦਾ ਮੈਂ ਥੜਾ ਸਹੀ ਬਣਾਉਣਾ ਮਹਾਰਾਜ, ਪਰ ਤੁਸੀਂ ਸਹੀ ਨਹੀਂ ਕਰਦੇ ਪਏ ਮੇਰੇ ਨਾਲ। ਸਵੇਰੇ ਕੁਝ ਹੋਰ ਦੱਸਦੇ ਹੋ, ਸ਼ਾਮ ਨੂੰ ਕੁਝ ਆ ਕੇ ਹੋਰ ਕਹਿ ਦਿੰਦੇ ਹੋ। ਤੁਹਾਨੂੰ ਨਹੀਂ ਆਪਣੀ ਗੱਲ ਦੇ ਉੱਤੇ ਪਤਾ ਲੱਗਦਾ ਪਿਆ, ਕਿਉਂਕਿ ਤੁਸੀਂ 70-72 ਹੋ ਗਏ ਹੋ। ਹੁਣ ਮਹਾਰਾਜ ਜੀ ਨੇ ਦੇਖ ਲਿਆ ਵੀ ਇਹ ਤਾਂ ਇਹਦੇ ਅੰਦਰ ਤਾਂ ਫਿਰ ਥੜਾ ਨਿਮਰਤਾ ਵਾਲਾ, ਸਹਿਜ ਵਾਲਾ, ਟਿਕਾਊ ਵਾਲਾ ਬਣਿਆ ਹੀ ਨਹੀਂ। ਗੁਰੂ ਰਾਮਦਾਸ ਜੀ ਮਹਾਰਾਜ 7 ਦਿਨ ਥੜੇ ਬਣਾਉਂਦੇ ਰਹੇ। ਜਦੋਂ 7ਵੇਂ ਦਿਨ ਮਹਾਰਾਜ ਜੀ ਨੇ ਥੜਾ ਬਣਾਇਆ ਨਾ, ਤਿਆਰ ਕਰ ਲਿਆ, ਸ਼ਾਮ ਦੇ ਸਮੇਂ ਮਹਾਰਾਜ ਜੀ ਦੇਖਣ ਆਏ। ਜਦੋਂ ਸ਼ਾਮ ਦੇ ਸਮੇਂ ਮਹਾਰਾਜ ਦੇਖਣ ਆਏ, ਮਹਾਰਾਜ ਜੀ ਕਹਿਣ ਲੱਗੇ ਰਾਮਦਾਸ ਥੜਾ ਠੀਕ ਨਹੀਂ ਬਣਿਆ, ਇਹਨੂੰ ਢਾਹ ਦੇ। ਮਹਾਰਾਜ ਜੀ ਨੇ ਉਹਦੀ ਢਾਹ ਦਿੱਤਾ ਤੇ ਨਾਲ ਹੀ ਢਾਹ ਕੇ ਥੜਾ ਮਹਾਰਾਜ ਦੇ ਚਰਨ ਫੜ ਲਏ। ਅੱਖਾਂ ਵਿੱਚੋਂ ਹੰਝੂ ਵਗੀ ਜਾਂਦੇ, ਰੋ ਰੋ ਕੇ ਬੇਨਤੀਆਂ ਕਰਦੇ, ਹੇ ਸੱਚੇ ਪਾਤਸ਼ਾਹ
ਗੁਰੂ ਅਮਰਦਾਸ ਜੀ ਮਹਾਰਾਜ ਜੀ, ਤੁਸੀਂ ਸਹੀ ਦੱਸ ਕੇ ਜਾਂਦੇ ਹੋ, ਮੇਰੀ ਅਲਪ ਬੁੱਧੀ, ਛੋਟੀ ਬੁੱਧੀ, ਮੈਂ ਉਗਣਾ ਨਾਲ ਭਰਿਆ ਹੋਇਆ, ਮੈਨੂੰ ਸਮਝ ਨਹੀਂ ਪੈਂਦੀ, ਤੁਸੀਂ ਆਪ ਹੀ ਕਿਰਪਾ ਕਰੋ ਮਹਾਰਾਜ, ਮੇਰੇ ਕੋਲੋਂ ਥੜਾ ਬਣਵਾ ਲਓ, ਜਿਵੇਂ ਤੁਸੀਂ ਦੱਸ ਕੇ ਜਾਂਦੇ ਹੋ ਮੈਂ ਉਸ ਤਰ੍ਹਾਂ ਥੜਾ ਨਹੀਂ ਬਣਾ ਸਕਦਾ, ਆਪ ਜੀ ਦੀ ਮੈਂ ਖੁਸ਼ੀ ਨਹੀਂ ਲੈ ਸਕਿਆ ਮਹਾਰਾਜ। ਐ ਬੇਨਤੀਆਂ ਕਰਦੇ ਨਾ, ਜਦੋਂ ਰੋ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਚੱਕ ਕੇ ਆਪਣੇ ਗਲ ਨਾਲ ਲਾਇਆ ਗੁਰੂ ਰਾਮਦਾਸ ਜੀ ਮਹਾਰਾਜ ਨੂੰ, ਗਲ ਨਾਲ ਲਾ ਕੇ ਮਹਾਰਾਜ ਕਹਿਣ ਲੱਗੇ, ਰਾਮਦਾਸ ਇਹ ਬਾਹਰਲੇ ਥੜਿਆਂ ਦੀ ਗੱਲ ਨਹੀਂ ਸੀ, ਮੈਂ ਤਾਂ ਉਹ ਥੜਾ ਭਾਲਦਾ ਪਿਆ ਸੀ ਵੀ ਤੇਰੇ ਅੰਦਰ ਬਣ ਗਿਆ, ਜਿਸ ਥੜੇ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੋਤ ਨੇ ਬਿਰਾਜਮਾਨ ਹੋਣਾ, ਵੀ ਉਸ ਥੜੇ ਦੇ ਵਿੱਚ ਗਿਆਨ, ਸਹਿਜ, ਸਹਿਨਸ਼ੀਲਤਾ, ਨਿਮਰਤਾ ਇਹ ਹੋਣੀ ਬੜੀ ਜ਼ਰੂਰੀ ਹੈ ਨਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਵਾਸਾ ਕਰਨਾ। ਮਹਾਰਾਜ ਕਹਿੰਦੇ ਬਾਹਰਲੇ ਥੜਿਆਂ ਦੀ ਗੱਲ ਨਹੀਂ। ਫਿਰ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ, ਗੁਰੂ ਬਣ ਕੇ ਫਿਰ ਮਹਾਰਾਜ ਜੀ ਨੇ ਕਰਮ ਕੀਤੇ, ਜੋ ਦਾਸ ਨੇ ਪਹਿਲਾਂ ਵੀ ਬੇਨਤੀ ਕਰ ਦਿੱਤੀ, ਪੰਥ ਦੀਆਂ ਮਰਿਆਦਾਵਾਂ ਕਾਇਮ ਕੀਤੀਆਂ, ਪਾਰ ਬ੍ਰਹਮ ਦਾ ਪੰਥ ਬਣਾਇਆ, ਪੰਥ ਦੀਆਂ ਮਰਿਆਦਾਂ ਕਾਇਮ ਕੀਤੀਆਂ। ਫਿਰ ਜਿਹੜਾ ਆਪਾਂ ਦੇਖਦੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਹੈ, ਇਹ ਸ਼ਹਿਰ ਵਸਾਉਣ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਹੁਕਮ ਕੀਤਾ ਸੀ। ਗੋਇੰਦਵਾਲ ਸਾਹਿਬ ਰਹੇ ਮਹਾਰਾਜ ਕੋਈ ਸਮਾਂ, ਪਰ ਜਦੋਂ ਬਾਬਾ ਮੋਹਨ ਜੀ ਨੇ ਉਪੱਦਰ ਕੀਤਾ, ਉਹ ਕਮਲਿਆਂ ਵਾਂਗੂ ਰੌਲਾ ਪਾਉਣ ਲੱਗ ਪਏ ਬਾਬਾ ਮੋਹਨ ਜੀ। ਬਾਣੀ ਦੇ ਵਿੱਚ ਬਚਨ ਆਇਆ ਨਾ, ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸੈ ਪੈਰੀ ਪਾਏ ਜਿਉ, ਸੱਦ ਬਾਣੀ ਹੈ। ਜਦੋਂ ਪ੍ਰਾਣੀ ਕੋਈ ਚੜ੍ਹਾਈ ਕਰ ਜਾਂਦਾ ਤਾਂ ਉਦੋਂ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਹੁੰਦਾ ਨਾ, ਸੰਸਕਾਰ ਤੋਂ ਬਾਅਦ 10ਵੇਂ ਦਿਨ ਭੋਗ ਪੈਂਦਾ, ਉਸ ਦਿਨ ਸੱਦ ਬਾਣੀ ਪੜ੍ਹੀ ਜਾਂਦੀ ਹੈ। ਉਹਦੇ ਵਿੱਚ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਮੋਹਰੀ ਪੁੱਤ ਸਨਮੁਖ ਹੋਵਾ, ਰਾਮਦਾਸੈ ਪੈਰੀ ਪਾਏ ਜਿਉ। ਮੋਹਰੀ ਪੁੱਤ ਨੂੰ ਕਹਿੰਦੇ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ, ਉਹ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ ਸੀ। ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰੂ ਮੰਨ ਕੇ ਮੱਥਾ ਟੇਕ ਦਿੱਤਾ, ਤੇ ਗੁਰੂ ਅਮਰਦਾਸ ਜੀ ਮਹਾਰਾਜ ਬੜੇ ਖੁਸ਼ ਹੋਏ। ਖੁਸ਼ ਹੋ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਸੀ, ਪੁੱਤਰ ਮੋਹਰੀ, ਇੱਕ ਭਗਤੀ ਕਰਨ ਵਾਲੇ ਦੀਆਂ 21 ਕੁੱਲਾਂ ਤਰਦੀਆਂ ਨੇ। ਬਾਣੀ ਵਿੱਚ ਵੀ ਬਚਨ ਆਇਆ, ਪ੍ਰਹਲਾਦ ਕੇ 21 ਕੁੱਲ ਉਧਾਰੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਚਨ ਹੈ ਕਿ ਭਗਤੀ ਕਰਨ ਵਾਲੇ ਦੀਆਂ 21 ਕੁੱਲਾਂ ਤਰਦੀਆਂ ਨੇ। ਤੇ ਮਹਾਰਾਜ ਜੀ ਕਹਿੰਦੇ, ਮੇਰੇ ਪੁੱਤ ਮੋਹਰੀ, ਤੂੰ ਸਨਮੁਖ ਹੋਇਆ ਨਾ, ਤੇਰੀਆਂ 42 ਕੁੱਲਾਂ ਤਰਨਗੀਆਂ। ਪਰ ਬਾਬਾ ਮੋਹਨ ਜੀ ਸਨਮੁਖ ਨਹੀਂ ਹੋਏ ਸੀ, ਕਮਲਿਆਂ ਵਾਂਗੂ ਉੱਥੇ ਰੌਲਾ ਪਾਉਣ ਲੱਗ ਪਏ। ਤੇ ਗੁਰੂ ਰਾਮਦਾਸ ਜੀ ਮਹਾਰਾਜ ਇੰਨੇ ਨਿਮਰਤਾ ਦੇ ਪੁੰਜ, ਇੰਨੀ ਸਹਿਨਸ਼ੀਲਤਾ ਵਾਲੇ, ਇੰਨਾ ਗੁਰੂ ਨਾਲ ਪਿਆਰ ਕਰਨ ਵਾਲੇ, ਉਹਨਾਂ ਨੂੰ ਬੜਾ ਦੁੱਖ ਹੋਇਆ ਵੀ ਮੇਰੇ ਕਰਕੇ ਬਾਬਾ ਮੋਹਨ ਜੀ ਦੁਖੀ ਹੋ ਰਹੇ, ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਕਿਸੇ ਨੂੰ ਦੁੱਖ ਨਹੀਂ ਨਾ ਦੇਣਾ ਚਾਹੁੰਦੇ ਸੀ। ਦੁਖੀ ਤਾਂ ਕਦੇ ਕੀਤਾ ਹੀ ਨਹੀਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ, ਕਿਸੇ ਨੂੰ ਸੁਖੀ ਕੀਤਾ। ਅੱਜ ਵੀ ਦੇਖੋ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਤੇ ਜਾਓ, ਕਿਸੇ ਨੂੰ ਦੁਖੀ ਕਰਦੇ ਉਹ? ਝੋਲੀਆਂ ਭਰਦੀਆਂ ਨੇ ਨਾ, ਕਿੰਨੀਆਂ ਸੰਗਤਾਂ ਮਹਾਰਾਜ ਦੇ ਕੋਲ ਜਾਂਦੀਆਂ। ਮਹਾਰਾਜ ਨੇ ਵੰਡਿਆ ਹੀ ਹੈ, ਸਭ ਕੁਝ ਵੰਡਿਆ ਹੀ ਹੈ, ਝੋਲੀਆਂ ਭਰ ਭਰ ਕੇ ਮਹਾਰਾਜ ਜੀ ਨੇ ਵੰਡਿਆ। ਜੇ ਛੋਟੀ ਉਮਰ ਦੇ ਵਿੱਚ ਘੁੰਗਣੀਆਂ ਭਰ, ਉਹ ਛਾਬਾ ਭਰਿਆ ਹੋਇਆ ਘੁੰਗਣੀਆਂ ਦਾ ਸਾਧੂ ਦੀ ਝੋਲੀ ਵਿੱਚ ਪਾ ਦਿੱਤਾ, ਉਹੀ ਸੁਭਾਅ ਮਹਾਰਾਜ ਜੀ ਦਾ ਅੱਜ ਵੀ ਹੈ। ਉਸਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਆਉਂਦਾ ਉੱਥੋਂ। ਗੱਲ ਭਾਵਨਾ ਸ਼ਰਧਾ ਦੀ ਹੋਣੀ ਚਾਹੀਦੀ ਹੈ, ਕਿਉਂਕਿ ਸਿੱਖੀ ਦੇ ਵਿੱਚ ਸ਼ਰਧਾ ਮੂਲ ਹੈ। ਸਭ ਤੋਂ ਪਹਿਲਾਂ ਸ਼ਰਧਾ, ਜੇ ਸ਼ਰਧਾ ਨਹੀਂ, ਕਿਉਂਕਿ ਦੇਖੋ ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਆ, ਸ਼ਰਧਾਵਾਨੰ ਲਭਤੇ ਗਿਆਨਮ। ਜਿਹੜਾ ਸ਼ਰਧਾਵਾਨ ਬੰਦਾ ਨਾ, ਉਹ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ। ਜਿਹਦੇ ਅੰਦਰ ਸ਼ਰਧਾ ਹੀ ਨਹੀਂ, ਉਹ ਕਿਸੇ ਵੀ ਚੀਜ਼ ਦੀ ਪ੍ਰਾਪਤੀ ਨਹੀਂ ਕਰ ਸਕਦਾ। ਤੇ ਜੇ ਸ਼ਰਧਾ ਬਣੂਗੀ ਸਾਡੀ ਗੁਰੂ ਦੇ ਉੱਤੇ, ਭਾਵਨਾ ਬਣੂਗੀ, ਸਾਨੂੰ ਸਾਰੇ ਪਦਾਰਥ ਮਿਲਣਗੇ। ਜੇ ਨਾਸਤਿਕ ਵਾਂਗੂ ਤੁਰੇ ਫਿਰਾਂਗੇ ਵੀ ਵੀ ਇਹ ਤੇ ਵੀ ਤਰਕ ਕਰ ਲਈ, ਇਹ ਤੇ ਵੀ ਤਰਕ ਕਰ ਲਈ, ਆਹ ਚੀਜ਼ ਕਿਵੇਂ ਹੋ ਗਈ, ਆਹ ਚੀਜ਼ ਕਿਵੇਂ ਹੋ ਗਈ, ਨਿੱਕੀ ਨਿੱਕੀ ਗੱਲ ਤੇ ਜੇ ਅਸੀਂ ਤਰਕ ਕਰਨ ਲੱਗ ਪਏ, ਤੇ ਨਾਸਤਿਕ ਬੰਦਾ ਤਾਂ ਰੱਬ ਨੂੰ ਵੀ ਨਹੀਂ ਮੰਨਦਾ। ਨਾਸਤਿਕ ਬੰਦਾ ਤਾਂ ਰੱਬ ਨੂੰ ਵੀ ਨਹੀਂ ਮੰਨਦਾ, ਤੇ ਫਿਰ ਉਹਨੂੰ ਕੀ ਆਪਾਂ ਸਮਝਾ ਲਵਾਂਗੇ? ਸ਼ਰਧਾ ਦੇ ਵਿੱਚੋਂ ਹੀ ਸਭ ਕੁਝ ਪੈਦਾ ਹੁੰਦਾ। ਤੇ ਮਹਾਰਾਜ ਜੀ ਦੇ ਦਰ ਤੇ ਦੇਖੋ ਅੱਜ ਵੀ ਝੋਲੀਆਂ ਭਰਦੀਆਂ ਪਈਆਂ, ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ। ਤੇ ਮਹਾਰਾਜ ਜੀ ਦੇਖੋ, ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਪਵਿੱਤਰ ਪਾਵਨ ਦਰ, ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਵਸਾਉਣਾ ਹੈ। ਫਿਰ ਮਹਾਰਾਜ ਜੀ ਨੇ ਸੋਚਿਆ ਵੀ ਭਾਈ ਮੋਹਨ ਜਿਹੜਾ ਹੈ ਇਹ ਖਰਾਬ ਕਰਦਾ ਹੈ, ਵਿਰੋਧ ਕਰਦਾ ਮੇਰਾ। ਤੇ ਮਹਾਰਾਜ ਜੀ ਇਕਾਂਤ ਵਿੱਚ ਚਲੇ ਗਏ, ਕਿਸੇ ਨੂੰ ਨਹੀਂ ਦੱਸਿਆ, ਇਕਾਂਤ ਵਿੱਚ ਚਲੇ ਗਏ, ਗੁਪਤ ਹੋ ਗਏ ਮਹਾਰਾਜ। ਸੰਗਤਾਂ ਵਿਆਕੁਲ ਹੋ ਗਈਆਂ। ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆਈਆਂ ਸੰਗਤਾਂ, ਜਿਹਦੇ ਵਿੱਚ ਮੱਥੋਂ ਮਰਾਰੀ ਸਿੱਖ, ਹੋਰ ਵੀ ਬਹੁਤ ਸਾਰੇ ਸਿੱਖ ਇਕੱਠੇ ਹੋ ਕੇ ਨਾ ਮਹਾਰਾਜ ਜੀ ਦੇ
ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਦੇ ਕਿ ਬਾਬਾ ਬੁੱਢਾ ਸਾਹਿਬ ਜੀ, ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਸੀ ਤੇਥੋਂ ਓਹਲੇ ਨਾ ਹੋ ਸਾਂ, ਵੀ ਤੇਥੋਂ ਮੈਂ ਕਦੇ ਓਹਲੇ ਨਹੀਂ ਹੋਵਾਂਗਾ। ਤੁਹਾਨੂੰ ਪਤਾ ਗੁਰੂ ਰਾਮਦਾਸ ਜੀ ਮਹਾਰਾਜ ਕਿੱਥੇ ਨੇ, ਪਰ ਫਿਰ ਵੀ ਆਪਣੇ ਆਪ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਜਨਾਇਆ ਨਹੀਂ। ਕਹਿਣ ਲੱਗੇ ਚਲੋ ਗੁਰਬਾਣੀ ਦਾ ਕੀਰਤਨ ਕਰੋ। ਗੁਰਬਾਣੀ ਦਾ ਕੀਰਤਨ ਕੀਤਾ। ਗੁਰੂ ਮਹਾਰਾਜ ਜੀ ਬਾਹਰ ਆ ਗਏ ਗੁਰਬਾਣੀ ਦਾ ਕੀਰਤਨ ਸੁਣ ਕੇ, ਤੇ ਮਹਾਰਾਜ ਜੀ ਨੂੰ ਜਾ ਕੇ ਫਿਰ ਬੇਨਤੀ ਕਰਦੇ ਬਾਬਾ ਬੁੱਢਾ ਸਾਹਿਬ ਜੀ, ਗੁਰਸਿੱਖ ਕੇ ਮਹਾਰਾਜ ਜੀ ਤੁਸੀਂ ਹੁਣ ਅੰਦਰ ਲੁੱਕ ਕੇ ਨਾ ਬੈਠੋ, ਤੁਹਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਜੋਤ ਦਿੱਤੀ ਆਪਣੀ, ਤੇ ਸਿੱਖੀ ਦਾ ਪ੍ਰਚਾਰ ਕਰੋ। ਸਿੱਖ ਵਿਆਕੁਲ ਨੇ, ਸਿੱਖ ਟੇਢੇ ਮੇਢੇ ਰਸਤਿਆਂ ਵਿੱਚ ਪੈ ਜਾਣਗੇ, ਮਹਾਰਾਜ ਕੁਰਾਏ ਪੈ ਜਾਣਗੇ, ਸਿੱਖੀ ਦਾ ਪ੍ਰਚਾਰ ਕਰੋ। ਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਮੈਂ ਸੰਗਤ ਦੀ ਗੱਲ ਨਹੀਂ ਮੋੜ ਸਕਦਾ, ਮੈਂ ਬਾਹਰ ਨਿਕਲਾਂਗਾ, ਪ੍ਰਚਾਰ ਕਰਾਂਗਾ। ਫਿਰ ਉਹ ਗੋਇੰਦਵਾਲ ਸਾਹਿਬ ਨਹੀਂ ਮਹਾਰਾਜ ਰਹੇ ਉੱਥੇ, ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਮਹਾਰਾਜ ਜੀ ਦੱਸ ਕੇ ਗਏ ਸੀ ਇਹ ਨਗਰ ਵਸਾਉਣਾ। ਫਿਰ ਗੁਰੂ ਕਾ ਚੱਕ ਉਹਦਾ ਪਹਿਲਾ ਨਾਂ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਂ ਗੁਰੂ ਕਾ ਚੱਕ, ਜਿਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਰਾਮਦਾਸਪੁਰ ਲਿਖਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਦਾ ਨਾਂ ਲਿਖਿਆ ਰਾਮਦਾਸਪੁਰ, ਤੇ ਬਾਅਦ ਵਿੱਚ ਉਸ ਦਾ ਨਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੋ ਗਿਆ। ਉਹ ਸ਼ਹਿਰ ਮਹਾਰਾਜ ਜੀ ਨੇ ਵਸਾਇਆ, 52 ਤਰ੍ਹਾਂ ਦੇ ਕਿਰਤੀ ਲੋਕ ਲਿਆ ਕੇ ਵਸਾਏ, ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਜਿਹੜਾ ਸਰੋਵਰ ਹੈ ਨਾ ਅੰਮ੍ਰਿਤਸਰ, ਇਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਖੁਦਵਾਇਆ ਸੀ, ਕੱਚਾ ਉਹਨਾਂ ਨੇ ਬਣਾਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੱਕਾ ਕੀਤਾ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਵਿੱਚ ਦਰਬਾਰ ਸਾਹਿਬ ਬਣਾਇਆ। ਇਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਉਸ ਦਰ ਦੇ ਉੱਤੋਂ ਦੇਖੋ ਹਜੇ ਵੀ ਝੋਲੀਆਂ ਭਰਦੀਆਂ ਨੇ। ਗੁਰੂ ਮਹਾਰਾਜ ਜੀ ਦੇ ਦਰ ਤੇ ਦੇਖੋ ਦਾਸ ਇੱਕ ਛੋਟੀ ਜੀ ਮਹਾਰਾਜ ਦੇ ਦਰ ਤੋਂ ਕਿਵੇਂ ਝੋਲੀਆਂ ਭਰਦੀਆਂ। ਸਮੇਂ ਦੀ ਵੀ ਸਮਾਪਤੀ ਹੋ ਗਈ। ਇੱਕ ਛੋਟੀ ਜੀ ਘਟਨਾ ਇੱਕ ਗੁਰਸਿੱਖ ਦੀ ਸੁਣਾ ਕੇ, ਕਿਉਂਕਿ ਮਹਾਰਾਜ ਕੋਲ ਤਾਂ ਦੇਖੋ ਬੇਅੰਤ ਗੁਰਸਿੱਖ ਆਉਂਦੇ, ਭਾਈ ਭਿਖਾਰੀ ਵਰਗੇ ਆਏ, ਭਾਈ ਤੀਰਥੇ ਵਰਗੇ ਆਏ, ਤੇ ਮਹਾਰਾਜ ਜੀ ਸਾਰਿਆਂ ਨੂੰ ਇਹੀ ਗੱਲ ਕਿਹਾ ਕਰਦੇ ਸੀ ਕਿ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ ਤੇ ਸਿਮਰਨ ਕਰਿਆ ਕਰੋ ਪਰਮਾਤਮਾ ਦਾ। ਇੱਕ ਸਿੱਖ ਨੇ ਆ ਕੇ, ਸਭ ਤੋਂ ਪਹਿਲਾਂ ਸਨਮੁਖ ਸਿੱਖ ਹੋਇਆ ਇੱਕ ਮਹਾਰਾਜ ਦਾ, ਉਹਨੇ ਆ ਕੇ ਮਹਾਰਾਜ ਜੀ ਤੋਂ ਉਪਦੇਸ਼ ਮੰਗਿਆ। ਜਦੋਂ ਮਹਾਰਾਜ ਜੀ ਬਾਹਰ ਨਿਕਲੇ ਨਾ ਇਕਾਂਤਵਾਸ ਤੋਂ, ਉਹ ਸਨਮੁਖ ਸਿੱਖ ਆਇਆ ਮਹਾਰਾਜ ਜੀ ਦੇ ਕੋਲ। ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰਾ ਕੋਈ ਭਲਾ ਹੋ ਜਾਵੇ, ਜਨਮ ਮਰਨ ਕੱਟਿਆ ਜਾਵੇ, ਗ੍ਰਸਤੀ ਲੋਕ ਆ ਅਸੀਂ ਤਾਂ, ਵੀ ਸਾਡਾ ਵੀ ਕੋਈ ਭਲਾ ਹੋ ਜਾਵੇ ਤੇ ਸਾਨੂੰ ਉਪਦੇਸ਼ ਦਿਓ। ਤਾਂ ਮਹਾਰਾਜ ਜੀ ਕਹਿੰਦੇ ਨਾਮ ਜਪਿਆ ਕਰੋ, ਸ਼ਬਦ ਦਾ ਅਭਿਆਸ ਕਰਿਆ ਕਰੋ। ਕਹਿਣ ਲੱਗਾ ਮਹਾਰਾਜ ਜੀ ਮਨ ਨਹੀਂ ਟਿਕਦਾ ਸ਼ਬਦ ਦੇ ਅਭਿਆਸ ਵਿੱਚ। ਮਹਾਰਾਜ ਕਹਿੰਦੇ ਜਪੀ ਜਾਓ ਤੁਸੀਂ। ਕਹਿੰਦੇ ਜਿਵੇਂ ਉੱਥੇ ਮਹਾਰਾਜ ਜੀ ਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਪੁਰਾਣੇ ਸਮੇਂ ਖੂਹ ਹੁੰਦੇ ਸੀ ਨਾ, ਖੂਹਾਂ ਦੇ ਵਿੱਚ ਕੀ ਹੁੰਦਾ ਸੀ, ਖੂਹਾਂ ਚੋਂ ਪਾਣੀ ਕੱਢਣ ਵਾਸਤੇ ਇੱਕ ਜਿਹੜੀ ਉਹ ਆਪਾਂ ਅੱਜ ਤਾਂ ਚਲੋ ਲੋਹੇ ਦੀਆਂ ਘਿਰਣੀਆਂ ਆ ਗਈਆਂ, ਉਹਨਾਂ ਦੇ ਨਾਲ ਲੱਗ ਜਾਂਦਾ, ਉਹ ਲੱਕੜ ਦੀ ਬਣਾਈ ਜਾਂਦੀ ਸੀ, ਜਿਹਦੇ ਉੱਤੋਂ ਰੱਸਾ ਛੇਤੀ ਦੇ ਨਾਲ ਥੱਲੇ ਜਾ ਸਕਦਾ ਸੀ, ਤੇ ਜੇ ਬਾਲਟੀ ਉੱਤੇ ਖਿੱਚਣੀ, ਕੋਈ ਭਾਂਡਾ ਖਿੱਚਣਾ ਤੇ ਸੌਖਾ ਖਿੱਚਿਆ ਜਾਂਦਾ ਸੀ, ਇਕੱਲੇ ਰੱਸੇ ਨਾਲ ਖਿੱਚਣਾ ਔਖਾ ਹੁੰਦਾ ਸੀ। ਪਰ ਉਹਦੇ ਵਿੱਚ ਕੀ ਕਰਦੇ, ਥੋੜੀ ਜਿਹੀ ਜਗ੍ਹਾ ਰੱਖ ਲਈ ਜਾਂਦੀ ਰੱਸਾ ਘੁੰਮਣ ਵਾਸਤੇ। ਪਰ ਹੌਲੀ ਹੌਲੀ ਜਿਵੇਂ ਜਿਵੇਂ ਪਾਣੀ ਕੱਢਦੇ ਸੀ ਖੂਹ ਚੋਂ, ਬਾਲਟੀ ਥੱਲੇ ਸਿੱਟਦੇ, ਭਾਂਡਾ ਉੱਪਰ ਲੈ ਕੇ ਆਉਂਦੇ, ਉਹ ਰੱਸਾ ਉਹਦੇ ਵਿੱਚ ਘਾਸੀ ਪਾ ਲੈਂਦਾ ਸੀ, ਫਿਰ ਰੱਸਾ ਆਸੇ ਪਾਸੇ ਨਹੀਂ ਜਾਂਦਾ ਸੀ। ਮਹਾਰਾਜ ਜੀ ਕਹਿੰਦੇ ਤੁਸੀਂ ਸਾਰਾ ਦਿਨ ਤੁਰਦੇ ਫਿਰਦੇ, ਉੱਠਦੇ ਬਹਿੰਦੇ, ਵਾਹਿਗੁਰੂ 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 ਦਾ ਜਾਪ ਕਰੀ ਜਾਓ। ਕਹਿੰਦੇ ਤੁਹਾਡਾ ਜੇ ਮਨ ਨਹੀਂ ਨਾ ਟਿਕਦਾ, ਵਾਹਿਗੁਰੂ ਸ਼ਬਦ ਨੇ ਤੁਹਾਡੇ ਅੰਦਰ ਇੱਕ ਦਿਨ ਘਾਸੀ ਪਾ ਲੈਣੀ ਆ, ਤੁਹਾਡਾ ਮਨ ਆਪਣੇ ਆਪ ਸ਼ਬਦ ਵਿੱਚ ਟਿਕਣਾ ਸ਼ੁਰੂ ਹੋ ਜਾਣਾ। ਵੀ ਸ਼ਬਦ ਨਹੀਂ ਛੱਡਣਾ ਕਦੇ ਵੀ, ਕਿਉਂਕਿ ਸ਼ਬਦ ਗੁਰੂ ਹੈ ਨਾ ਸਾਡਾ, ਪਰਚਾ ਸ਼ਬਦ ਦਾ, ਮਨ ਨੂੰ ਪਰਚਾਉਣਾ ਸ਼ਬਦ ਦੇ ਨਾਲ, ਵੀ ਸ਼ਬਦ ਨਹੀਂ ਛੱਡਣਾ। ਇਸੇ ਤਰ੍ਹਾਂ ਇੱਕ ਜੇਲਮ ਦੇ ਰਹਿਣ ਵਾਲਾ ਭਾਈ ਸੋਮਾ, ਉਹ ਆ ਗਿਆ, ਉਹਨੇ ਆ ਕੇ ਇੱਕ ਛੋਟੀ ਜੀ ਦੁਕਾਨ ਪਾ ਲਈ ਆਪਣੀ ਉੱਥੇ। ਜਦੋਂ ਦੁਕਾਨ ਪਾ ਲਈ ਤੇ ਮਹਾਰਾਜ ਜੀ ਉਹਦੇ ਕੋਲੇ ਜਾਂਦੇ ਆ, ਤੇ 5 ਦਿਨ ਮਹਾਰਾਜ ਜੀ ਸ਼ਾਮ ਨੂੰ ਰੋਜ਼ ਜਾਂਦੇ, ਉਹਦੀ ਸਾਰੀ ਵਟਕ ਲੈ ਕੇ ਆ ਜਾਂਦੇ, ਵੀ ਜਿੰਨਾ ਸਵੇਰੇ ਦਾ ਸਮਾਨ ਵੇਚਦਾ ਨਾ ਉਹ ਤੇ ਕਮਾਉਂਦਾ, ਉਹ ਸਾਰੀ ਵਟਕ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਲੈ ਆਉਂਦੇ ਉਹਦੇ ਕੋਲੋਂ। 5 ਦਿਨ ਮਹਾਰਾਜ ਜੀ ਜਾਂਦੇ ਰਹੇ ਉਹਦੇ ਕੋਲੇ, 5 ਦਿਨ, ਕਿਸੇ ਨੇ 4 ਦਿਨ ਦਾ ਵੀ ਜ਼ਿਕਰ ਕੀਤਾ। ਤੇ ਜਦੋਂ 6ਵੇਂ ਦਿਨ ਨਾ ਮਹਾਰਾਜ ਜੀ ਨਹੀਂ ਗਏ, ਗੁਰੂ ਰਾਮਦਾਸ ਜੀ ਮਹਾਰਾਜ ਗਏ ਨਹੀਂ। 6ਵੇਂ ਦਿਨ ਕੀ ਕੀਤਾ, ਵੀ ਉਹ ਭਾਈ ਸੋਮਾ ਸੀ ਨਾ ਜਿਹੜਾ, ਉਹਨੇ ਸਾਰਾ ਦਿਨ ਦੁਕਾਨ ਤੋਂ ਸਮਾਨ ਵੇਚਿਆ, ਸਮਾਨ ਵੇਚ ਕੇ ਜਿੰਨੀ ਵਟਕ ਹੋਈ ਉਹ ਸਾਰੀ ਇਕੱਠੀ ਕੀਤੀ, ਲੈ ਕੇ ਆਪਣੀ ਦੁਕਾਨ ਬੰਦ ਕਰਕੇ ਨਾ, ਦੁਕਾਨ ਨੂੰ ਬੰਦ ਕਰਕੇ ਮਹਾਰਾਜ ਦੇ ਦਰ ਤੇ ਆ ਗਿਆ, ਤੇ ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗਾ ਮਹਾਰਾਜ ਜੀ ਆਹ ਵਟਕ ਹੋਈ ਅੱਜ ਮੇਰੀ। ਮਹਾਰਾਜ ਜੀ ਅੱਗੋਂ ਕਹਿਣ ਲੱਗੇ, ਮਹਾਰਾਜ ਕਹਿੰਦੇ ਸੋਮਿਆ ਅੱਜ ਅਸੀਂ ਤੇਰੇ ਕੋਲੋਂ ਲੈਣਾ ਨਹੀਂ, ਅੱਜ ਅਸੀਂ ਤੈਨੂੰ ਦੇਣਾ ਹੈ। ਤੇ ਮਹਾਰਾਜ ਜੀ ਨੇ ਉੱਥੇ ਬਚਨ ਕੀਤੇ। ਮਹਾਰਾਜ ਕਹਿੰਦੇ ਆ ਸੋਮਿਆ ਜਾ ਮਾਇਆ ਲੈ ਜਾ, ਜਿਹੜੀ ਲੈ ਕੇ ਆਇਆ ਨਾ, ਤੇਰਾ ਵਪਾਰ ਚੱਲੇਗਾ। ਮਹਾਰਾਜ ਨੇ ਬਚਨ ਕੀਤੇ, ਸੋਮਾ ਸ਼ਾਹ
ਸ਼ਾਹਾਂ ਦਾ ਸ਼ਾਹ ਵੇ ਪ੍ਰਵਾਹ ਗੁਰੂ ਦਾ ਸ਼ਾਹ, ਵੀ ਇਹ ਗੁਰੂ ਦਾ ਸ਼ਾਹ। ਤੇ ਦੇਖੋ ਇੰਨਾ ਕੰਮ ਉਹਦਾ ਚੱਲਿਆ, ਇੰਨੇ ਕਾਰੋਬਾਰ ਚੱਲੇ, 10ਵੇਂ ਪਾਤਸ਼ਾਹ ਜੀ ਤੱਕ ਉਸ ਪਰਿਵਾਰ 'ਚ ਸਿੱਖੀ ਰਹੀ, 10ਵੇਂ ਪਾਤਸ਼ਾਹ ਜੀ ਤੱਕ। ਤੇ ਉਹਨੇ ਉਸ ਭਾਈ ਸੋਮੇ ਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੱਖਰ ਦੇ ਭੱਖਰ ਦੇ ਇਲਾਕੇ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਜਾ ਕੇ, ਜੇਲਮ ਦੇ ਇਲਾਕੇ ਦੇ ਵਿੱਚ ਜਾ ਕੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ। ਕਹਿਣ ਤੋਂ ਭਾਵ ਕੀ ਕਿ ਗੁਰੂ ਮਹਾਰਾਜ ਦੇ ਦਰ ਤੋਂ ਝੋਲੀਆਂ ਭਰਦੀਆਂ ਨੇ, ਪਰ ਜੇ ਸਾਡੀ ਸ਼ਰਧਾ ਭਾਵਨਾ ਹੋਵੇਗੀ, ਗੁਰੂ ਮਹਾਰਾਜ ਜੀ ਅੱਜ ਵੀ ਝੋਲੀਆਂ ਭਰ ਕੇ ਤੋਰਦੇ। ਜੇ ਕੋਈ ਗੁਰੂ ਦਰ ਤੇ ਆ ਕੇ ਉਹਨੂੰ ਝੁਕਣਾ ਆ ਜਾਵੇ, ਸਾਨੂੰ ਗੁਰੂ ਦਰ ਤੇ ਅੰਦਰੋਂ ਵੀ ਅਸੀਂ ਝੁਕ ਜਾਈਏ, ਇਹ ਨਾ ਹੋਵੇ ਬਾਹਰੋਂ ਝੁਕੀਏ ਤੇ ਅੰਦਰੋਂ ਇਹ ਹੋਵੇ ਜਿਵੇਂ ਮਹਾਰਾਜ ਬਾਣੀ ਅੰਦਰ ਕਹਿੰਦੇ ਨਾ, ਸੀਸ ਨਵਾਇਆ ਕਿਆ ਥੀਐ ਜੋ ਹਿਰਦੈ ਕਸੁੱਧੇ ਜਾਹੇ। ਵੀ ਸੀਸ ਨਵਾਉਣ ਦਾ ਫਿਰ ਕੋਈ ਫਾਇਦਾ ਨਹੀਂ ਜੇ ਸਾਡਾ ਹਿਰਦਾ ਹੀ ਖੋਟਾ ਹੈ। ਹਿਰਦੇ ਨੂੰ ਵੀ ਸ਼ੁੱਧ ਕਰੀਏ। ਸੋ ਮਹਾਰਾਜ ਜੀ ਨੇ ਸਾਡੇ ਸਤਿਗੁਰਾਂ ਦਾ ਇਤਿਹਾਸ ਬਹੁਤ ਵੱਡਾ, ਸਾਡੀ ਜ਼ਿੰਦਗੀ ਲੱਗ ਜਾਓਗੇ ਵੀ ਸੁਣਾਉਂਦਿਆਂ। ਬੜੇ ਗੁਣ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ। ਬਸ ਇਹੀ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਕਰੀਏ, ਮਹਾਰਾਜ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਏ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇਹ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰੀਏ। ਮਹਾਰਾਜ ਬੜੇ ਔਗਣਾਂ ਦੇ ਭਰੇ ਹੋਏ ਅਸੀਂ, ਤੁਹਾਡਾ ਹੀ ਇੱਕ ਉੱਤਮ ਪੰਥ ਸੁਣਿਆ ਅਸੀਂ ਮਹਾਰਾਜ, ਜਿਹਦੇ 'ਚੋਂ ਸ਼ਾਂਤੀ ਮਿਲਦੀ ਹੈ। ਤੇ ਸਾਡੀ ਇਹੀ ਅਰਦਾਸ ਹੈ ਮਹਾਰਾਜ, ਆਪਣੀ ਸ਼ਰਨ ਵਿੱਚ ਰੱਖੋ ਸਾਨੂੰ, ਤੁਹਾਡੀ ਸ਼ਰਨ ਵਿੱਚ ਰਹੀਏ। ਗੁਰੂ ਦੀ ਸ਼ਰਨ ਵਿੱਚ ਹੀ ਸਾਰੇ ਸੁੱਖ ਨੇ। ਸੋ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ। ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਗੁਰੂ ਘਰ ਦੇ ਪ੍ਰਬੰਧਕਾਂ ਦਾ, ਮਹਾਂਪੁਰਸ਼ਾਂ ਦਾ, ਸੰਗਤਾਂ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਸੁਣਿਆ, ਤੇ ਜਿਹੜੀਆਂ ਵੀ ਸੰਗਤਾਂ ਨੇ ਇਸ ਗੁਰਪੁਰਬ ਦੇ ਵਿੱਚ ਮਹਾਰਾਜ ਦਾ ਦਿਹਾੜਾ ਮਨਾਉਂਦਿਆਂ ਸੇਵਾਵਾਂ ਕੀਤੀਆਂ, ਸਾਰੀਆਂ ਸੰਗਤਾਂ ਦਾ ਧੰਨਵਾਦ, ਰੋਮ ਰੋਮ ਕਰਕੇ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਸੁਭਾਗ ਸਮਾਂ ਸਤ ਸੰਗਤ ਕਰਨ ਦਾ ਬਖਸ਼ਿਸ਼ ਕੀਤਾ। ਮਹਾਰਾਜ ਜੀ ਸਾਰਿਆਂ ਤੇ ਦਇਆ ਕਰਨ। ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਪੁਰਬ ਦੀ ਦੇਸ਼ਾਂ ਵਿਦੇਸ਼ਾਂ ਦੀਆਂ, ਨਗਰ ਦੀਆਂ ਸਾਰੀਆਂ ਸੰਗਤਾਂ ਨੂੰ ਦਾਸ ਦੇ ਵੱਲੋਂ ਲੱਖ ਲੱਖ ਵਧਾਈ ਹੋਵੇ। ਮਹਾਰਾਜ ਜੀ ਸਾਰਿਆਂ ਤੇ ਮਿਹਰ ਕਰਨ। ਦੇਹੋ ਸੱਜਣ ਅਸੀਂ ਸੜੀਆ, ਜੋ ਹੋਵੇ ਸਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ